बोले सोने हाल सासरी अकाल। श्री नानक अंगद गुरु अमरदास पाद बंद रामदास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है मानक भगत बैराग गुरु ग्रंथ साहिब उदद बंदों कर अनुराग एकंकारा सतगुरु ते प्रसाद सच हुए। वाहिगुरु जी की फतेह है विघ्न विनाशन सोए। एकंकारा सतगुरु ते प्रसाद सच हुए। वाहिगुरु जी की फतेह है विघ्न विनाशन सोए। वाहिगुरु जी का खालसा वाहिगुरु जी की फतेह। गुरु रूप गुरु खालसा सत संगत जी ਆਪਾਂ जो ਜਿਹੜੇ ਸਮਾਗਮ ਕਰਦੇ ਹਾਂ ਜੋੜ ਮੇਲੇ ਮਨਾਉਂਦੇ ਆ ਇਹਦਾ ਇੱਕੋ ਪ੍ਰਯੋਜਨ ਹੈ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਭਾਵ ਕੇ ਬਾਬਿਆਂ ਦੀਆਂ ਕਹਾਣੀਆਂ ਦੇ ਨਾਲ ਜਿਹੜੇ ਪੁੱਤਰ ਨੇ ਉਹ ਸਪੁੱਤਰ ਬਣ ਜਾਂਦੇ ਹਨ। ਆਪਾਂ ਸਾਰੇ ਕਿਸੇ ਨਾ ਕਿਸੇ ਦੇ ਪੁੱਤਰਾਂ ਇਹਦੀਆਂ ਵਿਦਵਾਨ ਪੁਰਸ਼ਾਂ ਨੇ ਤਿੰਨ ਕਿਸਮਾਂ ਦੱਸੀਆਂ ਨੇ। ਇੱਕ ਪੁੱਤਰ ਦੂਜਾ ਸਪੁੱਤਰ ਤੇ ਤੀਜਾ ਕਪੁੱਤਰ। ਬਾਪ ਦੇ ਕੋਲੋਂ ਜੋ ਕੁਝ ਮਿਲਿਆ ਉਹਦੇ ਵਿੱਚ ਆਪਣੀ ਜ਼ਿੰਦਗੀ ਨੂੰ ਪੂਰਿਆਂ ਕਰਕੇ ਬੰਦਾ ਦੁਨੀਆ ਤੋਂ ਤੁਰ ਗਿਆ। ਨਾ ਚੰਗੀ ਨਾ ਮਾੜੀ ਕੇਵਲ ਤੇ ਕੇਵਲ ਖਾਣ ਤੇ ਪੀਣ ਪਹਿਣ ਨੂੰ ਪਹਿਲ ਦਿੱਤੀ ਉਹਨੂੰ ਪੁੱਤਰ ਬੋਲਦੇ ਹਨ। एक बाप बड़ा नेक है सारे मान सम्मान ईत करते ने लेकिन समा आया नकम्मे पुत्र दे कारण बाप की पत लगी ओनू कहते कपुत्र। मैं 10वीं जमात विच सरदार भगत सिंह शहीद का लेख पढ़िया। ਉੱਥੇ ਲਿਖਿਆ ਕਿ ਸਰਦਾਰ ਭਗਤ ਸਿੰਘ ਦਾ ਬਾਪੂ ਬਾਬਾ ਕਿਸ਼ਨ ਸਿੰਘ ਆਪਣੇ ਬੇਟੇ ਭਗਤ ਸਿੰਘ ਨੂੰ ਕਹਿੰਦਾ ਵੀ ਪੁੱਤਰਾ ਟਿਕ ਕੇ ਪੜ੍ਹਿਆ ਕਰ ਕਿਉਂਕਿ ਤੇਰਾ ਚਾਚੇ ਨੂੰ ਦੁਨੀਆ ਜਾਣਦੀ ਉਹ ਦੇਸ਼ ਭਗਤ ਹੈ ਮਹਾਨ ਹੈ। ਲੇਕਿਨ ਚਾਚੇ ਤੇ ਪਿਓ ਦੇ ਵੱਡੇ ਹੋਣ ਕਰਕੇ ਪੁੱਤ ਆਪਣੇ ਨਿਯਮਾਂ ਤੋਂ ਪਾਸੇ ਹੋ ਜਾਏ ਤੇ ਮੁੜ ਕੇ ਪੁੱਤਰ ਨੂੰ ਕੋਈ ਚੇਤੇ ਨਹੀਂ ਕਰਦਾ। मेरी गल मन ये गल बाबे किशन सिंह शहीद भगत सिंह दी बाप ने आखी। अगे वो लिखता करता लिखता भी बाबे किशन सिंह नूं किस गल का पता नहीं भी दुनिया किशन सिंह करके भगत सिंह नहीं जानेगी।
भगत सिंह करके ਉਹਦੇ ਬਾਪ ਨੂੰ ਲੋਕੀ ਜਾਣਿਆ ਕਰਨਗੇ। ਉਹਦਾ ਭਾਵਨ ਦਾ ਸੁਪੁੱਤਰ ਬਾਬੇ ਦਾ ਅਰਥ ਮੈਂ ਜੋ ਗ੍ਰੰਥਾਂ 'ਚੋਂ ਪੜ੍ਹਿਆ ਉਹ ਇਰਾਨੀ ਭਾਸ਼ਾ ਦਾ ਸ਼ਬਦ ਹੈ ਤੇ ਬਾਬਾ ਬਜ਼ੁਰਗ ਨੂੰ ਕਹਿੰਦੇ ਨੇ। ਇੱਥੇ ਅਸੀਂ ਫਿਰ ਉਲਝ ਜਾਂਦੇ ਹਾਂ। ਜਿਹਦੀ ਕੁਝ ਉਮਰ ਵਡੇਰੀ ਹੋ ਗਈ ਉਹ ਆਪਣੇ ਆਪ ਨੂੰ ਵੱਡੀ ਉਮਰ ਖਵਾਉਣ ਕਰਕੇ ਆਪਣੇ ਆਪ ਨੂੰ ਸਮਝਦਾ ਵੀ ਸ਼ਾਇਦ ਮੇਰੀ ਅਕਲ ਤੱਕ ਕਿਲਾ ਮੈਂ। ਚਿੱਟੇ ਕੇਸਾਂ ਨਾਲ ਅਕਲ ਨਹੀਂ ਆਉਂਦੀ, ਚਿੱਟੇ ਕੇਸਾਂ ਨਾਲ ਬਜ਼ੁਰਗ ਨਹੀਂ ਬਣਦਾ, ਚਿੱਟੇ ਕੇਸਾਂ ਨਾਲ ਬਾਬਾ ਨਹੀਂ ਬਣਦਾ। ਬਾਬਾ ਉਹ ਜਿਹਦੇ ਕੰਮ ਬਜ਼ੁਰਗਾਂ ਵਾਲੇ ਹੋਣ। ਇਹ ਇਰਾਨੀ ਮੁਲਕ ਦਾ ਸ਼ਬਦ ਹੈ। ਆਪਾਂ ਸਾਰੇ ਬਾਬਾ ਬੋਲਦੇ ਹਾਂ ਬਚਪਨ ਤੋਂ ਲੈ ਕੇ। ਤੇ ਜੇ ਆਪਾਂ ਨੂੰ ਪੁੱਛੇ ਨਾ ਵੀ ਇਹ ਸ਼ਬਦ ਕਿੱਥੋਂ ਆਇਆ ਤੇ ਈਰਾਨ ਵਿੱਚੋਂ ਆਇਆ। ਅਸੀਂ ਕੁਝ ਦਿਨਾਂ ਨੂੰ ਫਤਿਹਗੜ੍ਹ ਸਾਹਿਬ ਜਾਣਾ ਹੈ ਨਮਸਕਾਰ ਕਰਨ। ਦੋਵਾਂ ਦੀ ਉਮਰ 7 ਤੇ 9 ਸਾਲ, ਪਰ ਆਪਾਂ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਆ। ਉਮਰ ਕਰਕੇ ਛੋਟੇ ਨੇ ਲੇਕਿਨ ਕਰਮਾਂ ਕਰਕੇ ਵੱਡੇ ਹਨ। ਇੱਕ ਪੌੜੀ ਗੁਰਦੁਆਰੇ ਸਾਹਿਬਾਂ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਤੇ ਸੁਣਦੇ ਆ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਇਹ ਪੌੜੀ ਇੰਨੀ ਇੰਪੋਰਟੈਂਟ, ਇੰਨੀ ਕੰਪਲਸਰੀ ਹੈ। ਰਹਿ ਰਾਜ਼ਾ ਪਾਠ ਆਪਾਂ ਸ਼ਾਮ ਨੂੰ ਕਰਦੇ ਆ। ਆਸਾ ਦੀ ਵਾਰ ਦਾ ਕੀਰਤਨ ਆਪਾਂ ਸਵੇਰੇ ਕਰਦੇ ਤੇ ਸੁਣਦੇ ਆ। ਲੇਕਿਨ ਇਹ ਪੌੜੀ ਦੋਵਾਂ ਟਾਈਮਾਂ ਤੇ ਪੜ੍ਹੀ ਜਾਂਦੀ ਹੈ। ਆਸਾ ਦੇ ਵਾਰ ਦੇ ਭੋਗ ਸਮੇਂ ਤੇ ਰਹਿ ਰਾਸ ਦੇ ਪਾਠ ਦੇ ਆਰੰਭ ਸਮੇਂ। ਕਿਉਂ ਪੜ੍ਹਦੇ ਆ, ਕੀ ਕਾਰਨ ਇਹਦਾ? ਇਸ ਪੌੜੀ ਦੇ ਵਿੱਚ ਪੁੱਤਰ ਦਾ ਸਤਿਕਾਰ ਕੀਤਾ ਗਿਆ ਤੇ ਪਿਓ ਨੂੰ ਲਾਹਨਤਾਂ ਪਾਈਆਂ ਨੇ। ਪੁੱਤ ਦਾ ਸਤਿਕਾਰ, ਪਿਓ ਨੂੰ ਲਾਹਨਤਾਂ। ਉੱਥੇ ਲਿਖਿਆ ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਪਿਓ ਨੂੰ ਦੁਸ਼ਟ ਆਖਿਆ ਤੇ ਪੁੱਤ ਨੂੰ ਸੰਤ ਤੇ ਭਗਤ ਲਿਖਿਆ। ਉਹਦੀ ਉਮਰ ਕੋਈ ਵਡੇਰੀ ਨਹੀਂ। ਗ੍ਰੰਥਾਂ ਵਿੱਚ ਉਹਦੀ ਉਮਰ 5 ਸਾਲ ਲਿਖੀ ਹੈ। ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਉਸ ਹਰਨਾਕ ਦੁਸ਼ਟ ਨੂੰ ਮਾਰਿਆ ਤੇ ਪੁੱਤ ਨੂੰ ਭਗਤ ਸੰਤ ਆਖਿਆ। ਕਾਰਨ ਕੀ ਹੈ? ਸਾਡੇ ਸਭ ਤੋਂ ਵੱਡਾ ਔਗਣ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦਾ ਮੁਤਾਲਿਆ ਕਰੀਏ ਨਾ, ਆਪਾਂ ਜਿੰਨੇ ਬੈਠੇ ਆ ਭਾਵੇਂ ਕਿੰਨੇ ਵੀ ਚੰਗੇ, ਪਰ ਸਾਡੇ 'ਚ 1-2 ਔਗਣ ਹੋਣਗੇ। ਅਸੀਂ ਮੰਨੀਏ ਜਾਂ ਨਾ ਮੰਨੀਏ। ਲੇਕਿਨ ਕਿੱਡਾ ਮਾੜੇ ਤੋਂ ਮਾੜਾ ਪੁਰਖ ਹੋਵੇ ਉਹਦੇ ਵਿੱਚ ਵੀ ਇੱਕ ਅੱਧਾ ਗੁਣ ਹੋਵੇਗਾ। ਜਿਹੜਾ ਮਾੜੇ ਤੋਂ ਮਾੜਾ ਬੰਦਾ ਨਾ ਉਹਦੇ ਵਿੱਚ ਵੀ ਕੋਈ ਨਾ ਗੁਣ ਹੈ ਤੇ ਚੰਗੇ ਤੋਂ ਚੰਗੇ ਦੇ ਵਿੱਚ ਵੀ ਔਗਣ ਹੋਵੇਗਾ। ਇਹ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰ ਲਈਏ। ਇਹਦੀ ਮੈਂ ਉਦਾਹਰਨ 10 ਗ੍ਰੰਥਾਂ ਚੋਂ ਪੜ੍ਹੀ ਵੀ ਮਾੜਿਆਂ ਦੇ ਵਿੱਚ ਵੀ ਚੰਗਾ ਗੁਣ ਹੁੰਦਾ ਹੈ। ਜਿਹੜੇ ਸੰਨਿਆਸੀ ਨੇ ਇਹਨਾਂ ਦਾ ਗੁਰੂ ਹੈ ਦੱਤਾਤਰੇਯ। ਜਿਵੇਂ ਆਪਾਂ ਗੁਰੂ ਨਾਨਕ ਦੇ ਸਿੱਖ ਆ ਨਾ, ਸੰਨਿਆਸੀਆਂ ਦਾ ਗੁਰੂ ਦੱਤਾਤਰੇਯ ਹੋਇਆ ਤੇ ਉਹਨੇ 24 ਗੁਰੂ ਧਾਰਨ ਕੀਤੇ ਹਨ। 1 2 3 ਨਹੀਂ 4, 24 ਮਾਫ ਕਰਨਾ। ਕਾਰਨ ਕੀ ਹੈ? ਉੱਥੇ 10ਵੇਂ ਗ੍ਰੰਥ ਵਿੱਚ ਕਥਾ ਆਉਂਦੀ ਵੀ ਜਿਹੜਾ ਦੱਤਾਤਰੇਯ ਸੀ ਵਿਅੰਗਮ ਸੀ। ਕਿਸੇ ਨਗਰ 'ਚ ਗਿਆ, ਰਾਤ ਪੈ ਗਈ। ਉਹ ਆਦਮੀ ਮਿਲਿਆ ਤੇ ਉਹਨੂੰ ਕਹਿਣ ਲੱਗਾ ਵੀ ਮਿੱਤਰਾ ਪਿਆਰਿਆ, ਮੈਂ ਰਾਤ ਕੱਟਣੀ, ਪਰਦੇਸੀ ਆਦਮੀ ਆ ਤੇ ਮੈਨੂੰ ਕੋਈ ਜਗ੍ਹਾ ਦਾ ਜਿੱਥੇ ਮੈਂ ਜਾ ਕੇ ਆਪਣੀ ਰਾਤ ਕੱਟਾਂ। ਜਿਹੜਾ ਮਨੁੱਖ ਮਿਲਿਆ ਨਾ ਉਹ ਕਹਿੰਦਾ ਬਾਬਾ ਜੀ ਬੇਨਤੀ ਉਹ ਹੈ, ਤੁਸੀਂ ਰਾਤ ਕੱਟਣ ਦੀ ਗੱਲ ਕੀਤੀ, ਮੇਰੇ ਘਰ ਜੰਮ 100 ਰਾਤ ਕੱਟੋ, ਪਰ ਇੱਕ ਬੇਨਤੀ, ਮੈਂ ਚੋਰ ਆ। ਇਹਨੂੰ ਚਿੱਥਿਆ ਜੀ ਗੱਲ ਨੂੰ। ਦੱਤਾਤਰੇਯ ਨੇ ਕਿਸੇ ਆਦਮੀ ਨੂੰ ਪੁੱਛਿਆ ਵੀ ਮਿੱਤਰਾ ਮੈਂ ਰਾਤ ਕੱਟਣੀ ਹੈ ਤੇ ਮੈਨੂੰ ਜਗ੍ਹਾ ਦੱਸੋ। ਕਹਿਣ ਲੱਗਾ ਬਾਬਾ ਜੀ ਰਾਤ ਮੇਰੀ ਭਾਵੇਂ 10 ਕੱਟੋ, ਪਰ ਮੇਰੇ 'ਚ ਕਮਜ਼ੋਰੀ ਕਿ ਮੈਂ ਚੋਰ ਹਾਂ।
दत्तात्रेय कहता कि मेरे पैरों के थल्ले मिट्टी निकल गई, अपने आप को चोर कोई कहता ही नहीं। आप जिन्ना मर्जी लुट्टी चलीए ना, साढ़े च एक औगण है, आप दूजिया के दोष रोकते कदे अपनी औगण वाली वेख्या करिए। बाबा फरीद कहता फरीदा काले मैंडे कपड़े काला मैंडा वेस गुण ही भरिया मैं फिरा लोग कह दरवेश। ये बाबे फरीद की जुरत है। कहते जे तू अकल लतीफ है काले लिखना लेख अपने गिरीवान में सिर नीवा कर देख। गिरीवान का भाव होंदा भी अपनी बुक्कड़ में झाती मारना कर भी तेरे च किन्ने औगण ने। मैं मंजी साहब तो तकरीबन एक नुकते ते जोर देंदा रहना, जो मेरी वारी होंदी है ना, आप वध तो वध एनर्जी दूजिया भंडण से लाने ते अपने मूँह वेंदे भी मेरे पल्ले करतूत की है। अभी बहुत ही एनर्जी ओ भी माड़ा ओ भी माड़ा, किते गुरमुख अंदर झाती मारीए तो साडे तो बड़ा माड़ा कोई नहीं। जे रब नूं हाजर नाजर वेख के ना आप अपने अंदर झाती मारीए तो साडे गुनाह गिणे नहीं जाते भी अपना एडे। ये वखरी गल है, वाहिगुरू ने साडे ते पर्दा पाया तो गुरु कृपा करके पर्दा पाई रखे। इसे करके असीं पढ़ते हैं जे प्रसाद तेरी शान शिदर ढाके। गुरु पंचम पातशाह कहते गुरमुखा जिन्हें तेरे ते कृपा की तेरियां कमजोरियां ढकियां ने। एक आम गल अजकल तन की स्कैनिंग होती, स्कैनिंग ਉਹਦੇ ਨਾਲ ਬੰਦੇ ਦੇ ਉਹਦੇ ਦੁੱਖ ਤਕਲੀਫ ਹੈ ਜਿਹੜੀ ਬਿਮਾਰੀਆਂ ਨੇ ਉਹ ਸਕੈਨਿੰਗ ਤੇ ਆ ਜਾਂਦੀਆਂ ਨੇ। ਇਹ ਤਨ ਦੀ ਸਕੈਨਿੰਗ ਹੈ ਤੇ ਗੁਰਮੁਖੋ ਸਾਰੇ ਜਣੇ ਨਿਗਾਹ ਮਾਰੋ, ਜੇ ਸਾਡੇ ਮਨ ਦੀ ਸਕੈਨਿੰਗ ਹੋ ਜੇ ਤਾਂ ਸਾਨੂੰ ਕੋਈ ਫਤਿਹ ਨਾ ਬੁਲਾਵੇ। ਆਪਣੇ ਅੰਦਰ ਇੰਨੀਆਂ ਐਬ ਨੇ, ਤਨ ਦੇ ਐਬਾਂ ਦੀ ਸਕੈਨਿੰਗ ਹੋ ਗਈ ਤੇ ਪਤਾ ਚੱਲਿਆ ਵੀ ਇਹਨੂੰ ਕੈਂਸਰ ਹੈ, ਇਹਨੂੰ ਫਲਾਨੀ ਬਿਮਾਰੀ ਹੈ। ਪਰ ਜੇ ਕਿਤੇ ਮਨ ਦੀ ਕੈਂਸਰ ਦੀ ਮਨ ਦੀ ਸਕੈਨਿੰਗ आ जाए तो अपना सिर तां नहीं हो सकता। अपने अंदर इन्नियां बीमारियां ने, इन्ने रोग हैं। गुरु ग्रंथ सच्चे पातशाह की बाणी विच सारियां तो वड्डा प्रबल रोग बंदे दा मैं दा मन्निया। गुरबाणी दी पंक्तियां ने काम रोग मैगल बस कीना हौंबे रोग मनुखो दीना। 84 लाख जून में सब तो वकारी हाथी ते 84 लाख जून में सब तो हंकारी बंदा। ये मैं नहीं कहता, गुरु ग्रंथ सच्चे पातशाह कहते हैं। काम रोग मैगल बस कीना हौमे रोग मनुखो दीना। मैं ज्ञानी, मैं ध्यानी, मैं सेवादार, मैं गुरमुख, जिन्ना चिर मैं ना कटी तू जीरो है, तेरी कोई गिनती नहीं। मैं कट मैं ज्ञानी जी इन्ने साल हो गए ने नेतनेम च नागा नहीं पाया। तो जिहड़ी जबान नाल बोलदा ना, जे जबान वाहिगुरू बंद करदा तो तू बोल ही नहीं सकना। ये भी उन्हें कराया ही। रहो विचार वो दत्तात्रेय कहन लगा भी मैं हिल गया, भी वो कहंदा भी मैं बाबा चोर हाँ। इतिहास के पन्नियां ते लिखिया भी बाबा दत्तात्रेय उहदे घर टिकिया ते जदों वो चलन की गल करदा ते चोर कहंदा बाबा मेरी बेनती मन भी दिहाड़ी होर रह पो। एक दिन नहीं, 2 दिन नहीं, 29 दिन रह गए हो गए। ते वो चोर दत्तात्रेय नूं घरों जाण नहीं देंदा। आखिर दत्तात्रेय उस बंदे नूं कहण लगे मित्रा मैं तेरी एक रात कटी, तू तो रस्सा ही पा लिया मैनूं कि मैं की गुनाह कीता है, मैनूं तू जाण क्यों नहीं देंदा। वो चोर कहंदा बाबा पता नहीं तेरे कर्मां दा फर्क है कि मेरे कर्मां दा फर्क है। अगे मैं चोरी करन जांदा सां ते कितों ना कितों मेरा दा लग जांदा सी। मैनूं 29 दिन हो गए जिद्दां दा तू आया, मेरा दा नहीं लगा। रब दा वास्ता अज दी रात कट हो सकदा काम बन जाए, अज दी रात कट काम बन जाए। दत्तात्रेय कहंदा कि मैं चोर नूं गुरु धारण कर लिया। क्यों? वो 29 दिन चोरी कर ली गया, उसका मन नहीं टुटा, वो अजे भी रब ते आस करता है। इस करके ये है गुरमुखा आस रख। मैं गल गुरु की कर रहा।
गुरु साडे ते मेहर करे। जेड़ा हरनाकश है ना ਉਹਦੇ अंदर मैं आ गई। वो कहता जले हरनाकश थले हरनाकश नभे हरनाकश उभे हरनाकश मैं ही रब हाँ। ते बाणी च कहती हर जीव अंकार ना भावे वेद कूक सुनावे। जेड़ा परमात्मा ना ਉਹਨੂੰ हंकार परवान नहीं। ਉਹਦੇ हंकार की निवृत्ति वास्ते परमात्मा ने ਉਹਦੇ घर पुत्र पैदा किया और अपने पुत्र नूं मोल्ड करने वास्ते उन्हें दो बंदियां की ड्यूटी लाई। ये मेरे पुत्र दे अंदर एक गल पा देन कि तुहाडा प्यो रब है। उन्हां दा नाम संडा ते बरका करके लिखिया है। मास्टरां दा जिहड़े प्रहलाद नूं पढ़ाउंदे सन, एक दा नाम संडा दूजे दा नाम मरका। पर प्रहलाद परिपूर्ण परमात्मा दा नवाजिया है। वो कहंदा बापू तू मेरा बाप है, इस गल तो मैं इनकारी नहीं, पर तू रब नहीं। जिन्हें तेनू पैदा किया मैं उस रब नूं मनदा, तू रब नहीं हो सकता। वेखो मैं किड्डी प्रबल है, किड्डी तगड़ी है। इस गल ते प्यो पुत्र नूं मारन लई तैयार हो गया। किहड़ी गल? पुत ये नहीं कहता भी मैं रब हाँ। वो कहता बापू जिन्हें तेनू पैदा किया मैं उस रब नूं मनदा, मैं तू रब नहीं, तू मेरा बाप है। भाई साहब भाई गुरदास जी वारां लिखते ने जाल अग्नि विच सुटिया जले न डूबे गुर प्रसाद कड खड़क सद पुछया कौन तेरा है उस्ताद। प्यो ने तलवार कढ़ के अपने पुत्र नूं कहण लगा भी तेनू पुट्ठी मत कौन दे गया, मैं तेनू पानी विच गोते दई के मारना है, मैं तेनू अग विच साड़ना है। प्यो ने पुत्र नूं पानी च गोते दिते। प्यो ने तलवार कढ़ के पुत्र नूं मारन दा यतन किया। जिहड़ियां होलियां आउंदियां ने ना, ओह हरनाक दी भैण होलका जिन्हें कहते ने भी अग्नि देवते नूं अपने अधीन किया सी। ओहदे कि चादर सी ओहदे कोल, जिन्हों अजकल आपां वट फायर प्रूफ कह दिंदे आ, चादर लई सी कि इहदे नाल बंदा सड़ नहीं सकदा। वो चादर लैके भरा दे कहण ते भूआ अपने भतीजे नूं साड़न लई तैयार हो गई। लेकिन भूआ सड़ गई पर भतीजा ना सड़िया। कारण वो पूर्ण गुरु नाल जुड़िया है, वो पूर्ण परमेश्वर नाल जुड़िया है। इस कारण करके गुरमुखो आपां ये जिहड़े प्रोग्राम करते हैं ना, अपने बजुर्गों के जीवन तो प्रेरणा लेकर ते अपने जीवन नूं सिद्धियां करन दा यतन करिए। सिद्धियां किवें होवेगा? बाबे नानक दे बारे आपां पढ़ने जार पीर जगत गुर बाबा सारियां थावां ते प्रगट है। ते ये जगत दा पीर है गुरु नानक। गुरु नानक दा पैगाम की है? दीन दुनिया के मालिक सतगुरु पातशाह ने सारे तो पहला एक किरती के घर में चरण पाया। असी आम करके भाई लालो के बारे एको गल कही जाने भी भाई लालो बड़ा गरीब सी, पर यह बिल्कुल साड़ी बात गलत है। भाई लालो मन करके गरीब सी, वैसे गरीब नहीं सी, मन करके गरीब। जिन्हों आप बणी के ताण होंदे हुए नताणा, मान होंदे हुए नमाणा, अणहोंदा आप बनाए। ताण दे हुंदियां नताणे बन के रहना ते मान दे हुंदियां नमाणे बन के रहना, ये गुरसिख दी पछाण है। कारण की है? मैं भाई लालो नूं गरीब क्यों नहीं कहंदा? तुहानूं किते जिंदगी च एमनाबाद जाण दा मौका मिले, उत्थे अज भी भाई लालो दे घर खूह लगा है। असी अपनी साड़ी समाज के लड़के आए साडे पिंडां च पहला खूह हुंदे सन, और खूह आम बंदा नहीं सी ला सकदा। ये आम करके कईयां पत्तियां ने लाउणे जां किसी तगड़े जैलदार जां नंबरदार दा खूह होना, बाकी उन्हां दे खूहां तो पानी लैण जांदे सन। मैं आप अखां नाल वेख के सुनिया नहीं। ते अज तो 550 साल पहला 600 साल पहला जेड़े भाई लालो दे घर खूह वो गरीब किवें होया?
ਉਹ ਸਮੇਂ ਦਾ ਖੂਹ ਅੱਜ ਵੀ ਹੈ। ਲਾਲੋ ਧਨ ਕਰਕੇ ਗਰੀਬ ਨਹੀਂ, ਪਰ ਮਨ ਕਰਕੇ ਗਰੀਬ ਹੈ। ਮਨ ਕਰਕੇ ਉਹ ਹਰ ਚੀਜ਼ ਨੂੰ ਗੁਰੂ ਦੀ ਕਰਕੇ ਜਾਣਦਾ ਹੈ। ਗੁਰੂ ਨੇ ਕੁੰਡਾ ਖੜਕਾਇਆ, ਗੁਰੂ ਕਿੰਨਾ ਦਾ ਕੁੰਡਾ ਖੜਕਾਉਂਦਾ, ਜਿਹੜੇ ਮਨ ਕਰਕੇ ਗਰੀਬ ਨੇ, ਹੰਕਾਰੀਆਂ ਤੇ ਗੁਰੂ ਵੀ ਪਾਸੇ ਜਾਂਦਾ ਹੈ। ਕੁੰਡਾ ਖੜਕਾਇਆ, ਭਾਈ ਲਾਲੋ ਨੇ ਕੁੰਡਾ ਖੋਲਿਆ ਤੇ ਪੁਰਾਤਨ ਜਨਮ ਸਾਖੀ ਵਿੱਚ ਬੜੇ ਸੁੰਦਰ ਭਜਨ ਲਿਖੇ ਨੇ। ਹਜ਼ੂਰ ਕਹਿੰਦੇ ਭਾਈ ਲਾਲੋ ਕੀ ਪਿਆ ਕਰਨਾ ਹੈ, ਬੜੇ ਸਾਦੇ ਨੇ ਤੇ ਸਪਸ਼ਟ ਨੇ, ਭਾਵ ਪੂਰਤ ਨੇ। ਭਾਈ ਲਾਲੋ ਕੀ ਪਿਆ ਕਰਨਾ ਹੈ, ਕਹਿੰਦਾ ਜੀ ਕਿੱਲੇ ਪਿਆ ਘੜਨਾ ਹੈ। ਤੇ ਗੁਰੂ ਬਾਬੇ ਨੇ ਉੱਥੇ ਲੰਮਾ ਲੈਕਚਰ ਭਾਸ਼ਣ ਨਹੀਂ ਦਿੱਤਾ, ਇੱਕੋ ਗੱਲ ਕਹੀ, ਲਾਲੋ ਜ਼ਿੰਦਗੀ ਪਰਯੰਤ ਕਿੱਲੇ ਘੜੀ ਜਾਵੇਂਗਾ, ਕਿਤੇ ਮਨ ਵੀ ਘੜ ਲਿਆ ਕਰ। ਮੁਆਫੀ ਦੇਣੀ ਸਮੇਤ ਮੇਰੇ, ਆਪਾਂ ਜਿੰਨੇ ਵੀ ਬੈਠੇ ਆਪਾਂ ਕਿੱਲੇ ਘੜਨੇ, ਆਪਾਂ ਮਨ ਨਹੀਂ ਜੀ ਘੜਦੇ ਸਮੇਤ ਮੇਰੇ। ਮੈਂ ਤੁਹਾਨੂੰ ਕਹਾਂ ਤਾਂ ਤੁਸੀਂ ਕਹਿਣਾ ਵੀ ਟਕੇ ਦਾ ਗ੍ਰੰਥੀ ਸਾਨੂੰ ਆਹ ਗੱਲ ਕਹੇਗਾ, ਇਸ ਕਰਕੇ ਮੈਂ ਆਪਣੇ ਆਪ ਨਾਲ ਸ਼ਾਮਲ ਕਰ ਲਿਆ। ਸਾਡੇ ਬਾਰੇ ਤੁਹਾਡੀ ਕਾਹਲੀ ਸੱਚ ਬੋਲੀਏ ਨਾ ਤੇ ਕਹਿਣਗੇ ਟਕੇ ਦਾ ਗ੍ਰੰਥੀ ਸਾਡੀ ਪੱਗ ਲਾ ਕੇ ਚਲਾ ਗਿਆ, ਤੇ ਜੇ ਕਰੀਏ ਇੱਕ ਸ਼ਾਮਦ ਫਿਰ ਬਾਗੋ ਬਾਗ ਵੀ ਫਲਾਣਾ ਸਾਹਿਬ ਆਏ ਨੇ, ਫਲਾਣਾ ਸਾਹਿਬ ਆਏ ਨੇ। ਮੈਂ ਇੱਕੋ ਇੱਕ ਗੱਲ ਕਹਿਣਾ ਥਾਂ ਥਾਂ ਤੇ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਵੀ ਏਕੋ ਹੈ, ਇਹਦੇ ਤੋਂ ਵੱਡਾ ਕੋਈ ਸਾਹਿਬ ਨਹੀਂ। ਫਰੀਦਾ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਕਈ ਹੋ ਗਏ, ਕਈਆਂ ਨੇ ਹੋਣਾ, ਪਰ ਇਹਨੇ ਸਰੀਵੀ ਤੌਰ ਤੇ ਰਹਿਣਾ, ਆਪਾਂ ਨਹੀਂ ਜੇ ਰਹਿਣਾ। ਮਨ ਘੜਨ ਤੋਂ ਭਾਵ ਮਨ ਗੁਰੂ ਦੇ ਅੱਗੇ ਰੱਖਦੇ। ਆਪਾਂ ਵੱਡੇ ਵਿਦਵਾਨ ਤਾਂ ਕੀ ਬਣਨਾ, ਆਪਾਂ ਨੂੰ ਤਾਂ ਪ੍ਰਾਇਮਰੀ ਨਹੀਂ ਆਉਂਦੀ। ਪ੍ਰਾਇਮਰੀ ਜੇ ਮੈਨੂੰ ਤੁਸੀਂ ਮੇਰੇ ਜਾਣ ਤੋਂ ਬਾਅਦ ਗਾਲਾਂ ਨਾ ਕੱਢੋ ਤੇ ਮੈਂ ਤੁਹਾਨੂੰ ਸੱਚੀ ਗੱਲ ਕਹਿ ਜਾ, ਅਸੀਂ ਲਿਖਤਾਂ ਬੜਾ ਕਰਦੇ ਹਾਂ, ਗੱਲਾਂ ਬੜੀਆਂ ਕਰਦੇ, ਪ੍ਰਬੰਧ ਬੜਾ ਚੰਗਾ ਹੈ। ਇਹ ਸਤਨਾਮ ਖੁਦ ਨਹੀਂ ਲਿਖਿਆ ਤੇ ਬਾਕੀਆਂ ਤੇ ਗੱਲ ਕਰਾਂਗੇ। ਕਿੱਡਾ ਕਿ ਸਾਡਾ ਪਰਚਾ ਸੀ ਬਾਣੀ ਪ੍ਰਤੀ ਕਿੰਨੇ ਕੁ ਸਟੇਟ ਆ ਗੁਰਦੁਆਰੇ ਜਾ ਕੇ ਪੜ੍ਹ ਲਓ। ਲਿਖਿਆ ਜੇ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾਂ ਤੇ ਮੰਮਾ ਥੱਲੇ ਉਂਕੜਾਈ ਨਹੀਂ, ਕਿਤੇ ਲਿਖਿਆ ਵਿਖਾਓ ਸਤਨਾਮ ਸਾਰੀ ਬਾਣੀ 'ਚ। ਅਸੀਂ ਆਨੇ ਜੀ ਬੜੇ ਪ੍ਰਬੰਧਕਾਂ, ਬੜਾ ਚੰਗਾ ਜੀ ਗਿਆਨੀ ਜੀ, ਆਹ ਕਰੋ ਪਹਿਲਾਂ ਆਪਣਾ ਸਤਨਾਮ ਨੂੰ ਸੁਧਾਰ ਲਓ ਤੇ ਮੰਮੇ ਦੇ ਥੱਲੇ ਉਂਗਲੀ ਪੈਂਦਾ ਜੇ। ਸਾਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਕਿਤੇ ਇਸ ਤਰ੍ਹਾਂ ਲਿਖਿਆ ਮਿਲ ਜੇ ਤੇ ਮੈਂ 1 ਲੱਖ ਰੁਪਈਆ ਹਰਜਾਨਾ ਭਰ ਕੇ ਜਾਵਾਂਗਾ। ਅੱਖਾਂ ਖੋਲ ਕੇ ਧਰਮ ਦੇ ਪ੍ਰਤੀ ਹੋ। ਗਿਆਨੀ ਜੀ ਤੁਹਾਡਾ ਤਾਂ ਅਸੀਂ ਸੁਣਿਆ ਅੱਗੇ ਬਦਨਾਮੀ ਵੀ ਤੁਸੀਂ ਕੌੜੇ ਬੜੇ ਹੋ, ਕਿ ਜੇ ਨਹੀਂ ਲਿਖਿਆ ਤੇ ਕੀ ਫਰਕ ਪੈ ਗਿਆ? ਜੇ ਭਲਾ ਉਂਕੜ ਨਹੀਂ ਲੱਗਾ ਤੇ ਕੋਠਾ ਡਿੱਗ ਪਿਆ। ਹਾਂ, ਜੇ ਔਂਕੜ ਹੋਵੇਗਾ ਤੇ ਇਹਦਾ ਆਪਣਾ ਕੇਵਲ ਤੇ ਕੇਵਲ ਵਾਹਿਗੁਰੂ ਸਤ, ਬਾਕੀ ਸਾਰਾ ਕੁਝ ਝੂਠਾ ਹੈ। ਤੇ ਜੇ ਔਂਕੜ ਨਹੀਂ ਨਾ ਲੱਗਾ ਤੇ ਇਹਦੇ ਅਰਥ ਕੋਈ ਨਹੀਂ ਜੇ ਬਣਦੇ। ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾਂ ਤੇ ਮੰਮੇ ਥੱਲੇ ਔਂਕੜ, ਇਹਦਾ ਅਰਥ ਹੁੰਦਾ ਵਾਹਿਗੁਰੂ ਹੀ ਸਤ ਹੈ, ਬਾਕੀ ਸਾਰੇ ਦੇ ਸਾਰੇ ਝੂਠੇ ਹਨ। ਇਸ ਕਰਕੇ ਮੈਂ ਆਉਣਾ ਜਾਂ ਨਾ ਆਉਣਾ ਵਾਹਿਗੁਰੂ ਦੇ ਵੱਸ ਹੈ। ਪਰ ਇਹ ਬੇਨਤੀ ਕਰਾਂਗਾ ਵੀ ਕੰਮ ਸੋ ਕੰਮ ਸਤਨਾਮ ਦੇ ਥੱਲੇ ਔਂਕੜ ਲਾ ਦਿਓ ਤਾਂ ਕਿ ਬਾਣੀ ਸ਼ੁੱਧ ਪੜ੍ਹੀ ਜਾਏ। ਇਹ ਮੈਂ ਵੇਖਿਆ ਤੇ ਮੇਰੀ ਆਦਤ ਹੈ, ਮੈਂ ਹੱਥਾਂ ਤੇ ਕਹਿ ਦਿੰਦਾ। ਗੁਰੂ ਬਾਬੇ ਨੇ ਆਖਿਆ ਕੇਵਲ ਤੇ ਕੇਵਲ ਕਿੱਲੇ ਘੜੀ ਜਾਵੇਂਗਾ, ਕਿਤੇ ਮਨ ਵੀ ਘੜ ਲਿਆ ਕਰ। ਤੇ ਬੇਨਤੀ ਕਰਨ ਲੱਗਾ ਸਾਂ ਵੀ ਆਪਾਂ ਨੂੰ ਤਾਂ ਪਹਿਲੀ ਕੱਚੀ ਜਮਾਤ ਨਹੀਂ ਆਉਂਦੀ। ਅਸੀਂ ਮੱਥਾ ਟੇਕਦੇ ਹਾਂ ਸਾਰੇ ਆਪੋ ਆਪਣੀ ਤਸੀਹਤ ਮੁਤਾਬਕ, ਆਪਣੀ ਸ਼ਰਧਾ ਦੇ ਮੁਤਾਬਕ। 10 ਮੱਥਾ ਟੇਕਿਆ, ਕਿਸੇ 50 ਟੇਕਿਆ, ਕਿਸੇ 1000 ਟੇਕਿਆ, ਕਿਸੇ ਰਮਾਲਾ ਭੇਟ ਕੀਤਾ, ਕਿਸੇ ਫੁੱਲ ਭੇਟ ਕੀਤੇ। ਗੁਰਮੁਖੋ, ਗੁਰੂ ਸਾਡਾ ਮੰਗਤਾ ਨਹੀਂ, ਗੁਰੂ ਦਾਤਾ ਹੈ। ਜੇ ਗੁਰੂ ਨੂੰ ਭੇਟ ਕਰਨਾ ਤੇ ਮਨ ਭੇਟ ਕਰੀਏ। ਗੁਰੂ ਨੂੰ ਮਨ ਦਾ ਮੱਥਾ ਟੇਕਣਾ, ਪੈਸਿਆਂ ਦਾ ਨਹੀਂ। ਇਹਦਾ ਮਤਲਬ ਕੀ ਹੈ? ਮਨ ਨੂੰ ਮੱਥਾ ਟੇਕਣ ਦਾ ਭਾਵ ਉਸ ਦਿਨ ਤੋਂ ਬਾਅਦ ਆਪਣੀ ਮਰਜ਼ੀ ਛੱਡ ਕੇ ਤੇ ਗੁਰੂ ਦੀ ਮਰਜ਼ੀ ਮੁਤਾਬਕ ਚੱਲਣਾ। ਜਦੋਂ ਸਾਡਾ ਆਪਣਾ ਮਨ ਹੀ ਨਹੀਂ ਤੇ ਮਰਜ਼ੀ ਕਿਵੇਂ ਚੱਲੇਗੀ? ਇਹਦੀ ਵਿਆਖਿਆ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਪੜ੍ਹਾਈ ਸੀ। ਰਾਜੇ ਜਨਕ ਨੇ ਇੱਕ ਐਲਾਨ ਕੀਤਾ ਵੀ ਜਿਹੜਾ ਮੈਨੂੰ ਘੋੜੇ ਦੇ ਚੜ੍ਹਦਿਆਂ ਚੜ੍ਹਦਿਆਂ ਆਤਮ ਗਿਆਨ ਦੇਵੇਗਾ, ਮੈਨੂੰ ਗੁਰੂ ਧਾਰਨ ਕਰਾਂਗਾ। ਸ਼ਰਤ ਬੜੀ ਕਰੜੀ, ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਆਤਮ ਗਿਆਨ ਦੇਵੇ ਤੇ ਮੈਂ ਗੁਰੂ ਮੰਨਾਂਗਾ, ਤੇ ਜੇ ਨਾ ਦਿੱਤਾ ਤੇ ਮੈਂ ਉਹਨੂੰ ਜੇਲ੍ਹ 'ਚ ਬੰਦ ਕਰ ਦਿਆਂਗਾ। ਰਾਜੇ ਜਨਕ ਨੇ
पता नहीं किन्ने बंदे आए, उन्होंने अपना ज्ञान झाड़िया पर आज जंग की तसल्ली ना हुई। उन्होंने विच कोहली नाम का ऋषि सी, वो भी कैद हो गया। ते कोहली ऋषि की घरवाली अपने बेटे नूं लैके अपने पेके घर चली गई, क्योंकि जिंदगी तो बसर करनी है। अष्टावक्र का अर्थ हुंदा है जिहदे शरीर च 8 विंग सन। वक्र कहंदे ने विंग नूं, वल नूं, अष्ट कहंदे ने 8 नूं, ते वक्र दा भाव विंग। उस बच्चे के शरीर च 8 विंग होने करके उसका नाम रखा गया अष्टावक्र। वो अपने नानकियां दे बच्चों के नाल खेडदा है, ते कोई बच्चा सख्त सुभाਅ दा, कोई नरम दा। उन्हां बच्चों च एक बच्चा नरम सुभाਅ दा दूजे नूं कहण लगा भी इहनूं बेचारा अपना भूआ दा पुत अपंग है, इहनूं छेड़ी ना, ਇਹਦਾ ਪਿਓ ਜੇਲ੍ਹ 'ਚ ਤੇ ਆਪਣੇ ਕੋਲ ਭੂਆ ਟਾਈਮ ਕੱਢਣ ਲਈ ਆ, ਇਹਦਾ ਮਨ ਦੁਖੇਗਾ। ਜਦੋਂ ਇਹ ਗੱਲ ਬੱਚੇ ਕਿਸੇ ਨੇ ਕਹੀ ਨਾ ਤੇ ਅਸ਼ਟਾਵਕਰ ਦੇ ਕੰਨਾਂ 'ਚ ਪੈ ਗਈ। ਤੂੰ ਆਪਣੀ ਮਾਂ ਨੂੰ ਜਾ ਕਹਿਣ ਲੱਗਾ, ਬੇਬੇ ਮੇਰਾ ਬਾਪੂ ਜੇਲ੍ਹ ਵਿੱਚ ਕਿਉਂ ਹੈ? ਮਾਂ ਨੇ ਬੜਾ ਟਾਲਾ ਕੀਤਾ ਪਰ ਪੁੱਤ ਜਿੱਦ ਤੇ ਪੈ ਗਿਆ, ਕਹਿਣ ਲੱਗਾ ਮਾਂ ਮੈਂ ਰੋਟੀ ਨਹੀਂ ਖਾਣੀ ਜਿੰਨੇ ਚਿਰ ਦੱਸੇ ਨਾ ਵੀ ਮੇਰਾ ਪਿਓ ਕਿੱਥੇ ਹੈ। आप जिन्ने भी हाँ भावें किन्ने भी आप अपने आप को सख्त आखीए, जिहड़ा कदे किसी के अगे नहीं झुकिया औलाद नूं झुका लैंदी है। गुरु कृपा करे साडी औलाद चंगी होवे। जिहड़ा बंदा किसी अगे नहीं झुकिया औलाद दे अगे झुक जाता है। सारे जने आपो अपने अंदर झाती मारीए। जदों अष्टावक्र ने आख्या मैं रोटी नहीं खानी, ते मां ने हौला जिहा हौसला करके कहने लगी, पुत मैं तेनों की दसां, तेरा बाप जेल दे विच है। वो राजे जनक नूं आत्म ज्ञान देण गया सी ते राजा संतुष्ट नहीं होया, इस कारण करके वो जेल च बंद है। ते कहण लगा फिर मेरियां खुशियां काहदियां भी जी मैं अपने प्यो नूं रिहा ना करावां। चला गया राजे जनक दी कचहरी विच। हुण जेहो जी शक्ल तो ओहो जी रहनी है ना। एक गल मैं होर कौड़ी ते सच्ची कहण लगा, असीं ज्ञानी हाँ, कथावाचकां, रागीआं, ढाडीआं। जिहड़ा वध पैसे मंगे उहनूं कहिंदे ओह वड्डा कथावाचक। सच्चाई दी गल नहीं। असीं ज्ञान नूं माया नाल तोड़ दिता। माया नाल जिहड़ा ठोक के लैंदा ना उहदे वास्ते बैड लगण ज्ञानी जी ने इत्थे आना, इत्थे भावांगे उहनां नूं। ते जिहड़ा उतरा आ गया उन्होंने कहते कोई गल लै चलो बाबा जी, चलो दुकान च। ये पुराना रिवाज है। असीं हर गल विच माया नूं तोड़दे, पर धर्म माया नाल नहीं तुरदा। धर्म माया नाल नहीं तुरदा, धर्म माया नाल तुरदा, धर्म धर्म ही नहीं। किते अपना इतिहास पढ़ो। शवेग सिंह दे पुत्र शबाज सिंह नूं जगरिया खां कहंदा कि मैं तेनों अपनी कुड़ी का रिश्ता करना है। इतिहास है साडा। लाहौर के लागे जंबर पिंड है, उसना सरदार शवेग सिंह साडा सिखां दा सब तो पहला उस जमाने च वीर सिख होया। उहदा पुत्र गभरू होया ते जगरिया खां कहण लगा भी तेरा पुत मैनूं बड़ा प्यारा लगा, मैं दमाद बनाउणा चाहुंदा। शवेग सिंह दा मत्था ठणकिया, कहण लगा कोई गल नहीं। उधर सरकारां बड़ियां चकन्नियां होंदियां। सरकार ने सोचा भी किते ये अपने पुत नूं लैके भज ना जाए। शवेग सिंह ते शबाज सिंह दोवां प्यो पुत्तां नूं इकट्ठियां कीता गया। सरदार शवेग सिंह ने सुखमनी साहब दा पाठ किया, गुरु के चरनां च अरदास कीती, बाजां वालिया ये तेरा पुत भी ते मेरा पुत भी है। मेरी बिन तो पैदा होया ते मेरा बिंदी पुत्र है। तेरा अमर छक्या ते तेरा नादी पुत्र है। मेरा पुत घोड़ी ते चढ़े या ना चढ़े, इनू सिर लगन या ना लगन, ये चखड़ी दे भावें चढ़ गए पर धर्म तो बेमुख ना होवे। ये साडा मूल सी। उन्हें पंजाब के गवर्नर की धी नूं ठकरा दिता, मैनूं पैसे नहीं चाहिए। अज पैसों वास्ते अपने धर्म नूं छड्ड के दूजियां भी ज्वाइन करने। तुहानूं सारिआं नूं पता, मैं सीधी गल कहां ते मेरे ते 295 लग जानी मुड़ के लगी है ना। अगे भी सच ते 295 दे पर्दे नाल गल तो वही है ना। 47 दे विच
ਅਸੀਂ ਮਰੱਬੇ ਛੱਡ ਕੇ ਆਏ, ਪਰਿਵਾਰਾਂ ਦੇ ਪਰਿਵਾਰਾਂ ਮੈਂਬਰ ਮਾਰੇ ਗਏ, ਪਰ ਧਰਮ ਨਹੀਂ ਛੱਡਿਆ। ਅੱਜ ਪੈਸਿਆਂ ਵਾਸਤੇ ਆਪਾਂ ਮੂੰਹ ਤੇ ਦਾੜੀ ਬਣਾ ਰਹੇ। ਗੁਰੂ ਸਾਨੂੰ ਸਮਝ ਦੇਵੇ। ਅਸੀਂ ਵਿਕਾਊ ਮਾਲਣਾ ਬਣੀਏ, ਵਿੱਚੋਂ ਸੁਭਾਵਿਕ ਗੱਲ ਆ ਗਈ, ਜੇ ਜਾਣ ਕੇ ਨਹੀਂ ਸੁਭਾਵਿਕ ਵਿੱਚੋਂ ਗੱਲ ਆ ਗਈ। ਜਦੋਂ ਕਚਹਿਰੀ 'ਚ ਗਿਆ, ਸਰੀਰ ਵਿੰਗਾ ਟੇਢਾ, ਹੱਸ ਪਏ ਤੇ ਅਸ਼ਟਾ ਬੱਕਰ ਕਹਿਣ ਲੱਗਾ ਵੀ ਮੈਨੂੰ ਜਾਪਦਾ ਵੀ ਤੇਰੇ ਦਰਬਾਰ ਸਾਰੀ ਚਾਮੜੀ ਇਕੱਠੇ ਹੋਏ ਨੇ। ਚਾਮੜੀ ਉਹ ਕਹਿੰਦੇ ਵੀ ਕਿੱਡਾ ਮੂੰਹ ਪਾਟਾ ਮੁੰਡਾ ਹੈ, ਨਾ ਇਹਦਾ ਮੂੰਹ ਨਾ ਮੱਥਾ, ਸਾਨੂੰ ਚਾਮੜੀ ਕਹਿੰਦਾ। ਰਾਜ ਜਨਕ ਨੇ ਆਖਿਆ ਪੁੱਤ ਗੱਲ ਕੀ ਗਾ? ਕਹਿਣ ਲੱਗਾ ਇਹਨਾਂ ਗੱਲ ਸੁਣੀ ਨਹੀਂ, ਮੇਰਾ ਚਮੜਾ ਵੇਖ ਕੇ ਤੇ ਨਾ ਕਹਿ ਤਾ ਪਹਿਲਾਂ ਕੰਮਾ ਤੇ ਫਿਰ ਚਮੜੇ ਦੇ ਗਾਹਕ ਹੋਏ ਨਾ, ਚਮੜੇ ਦੇ ਪਾਲਕ ਹੋਏ ਨਾ। ਰਾਜੇ ਜਨਕ ਨੇ ਆਖਿਆ ਜੀ ਇਹਨਾਂ ਨੂੰ ਸੁੱਧ ਨਹੀਂ, ਮੈਂ ਮੁਆਫੀ ਮੰਗਦਾ। ਆਓ ਕਿਵੇਂ ਆਇਓ? ਕਹਿਣ ਲੱਗੇ ਰਾਜਾ ਜਨਕ ਮੈਂ ਤੈਨੂੰ ਆਤਮ ਗਿਆਨ ਦੇਣਾ। ਕਹਿਣ ਲੱਗਾ ਜੀ ਜੀ ਹਾਂ, ਉਹਨੂੰ ਤੁਸੀਂ ਕਰੋ ਕਿਰਪਾ। ਅਸ਼ਟਾ ਬੱਕਰ ਕਹਿਣ ਲੱਗਾ ਵੀ ਤੂੰ ਗਰੀਬ ਆਦਮੀ, ਵੇਖੋ ਉਹ ਰਾਜਾ ਹੈ ਤੇ ਅਸ਼ਟਾ ਬੱਕਰ ਕਹਿੰਦਾ ਵੀ ਤੂੰ ਗਰੀਬ ਆਦਮੀ ਤੇ ਇਸ ਕਰਕੇ ਮੈਂ ਤੇ ਤੋਂ ਸਾਰਾ ਕੁਝ ਭੇਟ ਨਹੀਂ ਲੈਣਾ, ਥੋੜਾ ਜਿਹਾ ਮੈਂ ਲਵਾਂਗਾ ਤੇ ਬਾਕੀ ਤੈਨੂੰ ਦਿੱਤਾ। ਕਿਹੜਾ? ਆਪਾਂ ਤਿੰਨ ਚੀਜ਼ਾਂ ਸਮੂਹ ਹਾਂ, ਤਾਨ, ਮਨ ਤੇ ਧਨ। ਔਰ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਆਪ ਰੋਜ਼ਾਨਾ ਵਾਜਦੇ ਆ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਮੱਥਾ ਟੇਕਣ ਦਾ ਕੀ ਮਤਲਬ ਹੈ? ਮੱਥੇ ਟੇਕਣ ਦਾ ਫਲਸਫਾ ਕੀ ਹੈ? ਮੱਥਾ ਕਿਉਂ ਟੇਕਦੇ ਆ? ਇਹਦਾ ਅੰਤਰੀਵ ਰਾਜ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਿੱਖਾ ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ। ਤੇ ਹੁਕਮ ਕਿਹੜਾ ਮੰਨਣਾ ਹੈ? ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿ ਨਾ ਕੋਈ। ਮੈਂ ਮੱਥਾ ਟੇਕ, ਮੈਂ ਆਪਾਂ ਮੈਂ ਨਹੀਂ ਟੇਕਦੇ, ਆਪਾਂ ਰੁਪਈਏ ਮੱਥੇ ਟੇਕਦੇ ਆ, ਆਪਾਂ ਕੱਪੜੇ ਮੱਥਾ ਟੇਕਦੇ ਆ। ਇੱਥੋਂ ਤੱਕ ਇੱਕ ਬੰਦੇ ਨੇ 2.5 ਲੱਖ ਦਾ ਰੁਮਾਲਾ ਚੜਾਇਆ ਦਰਬਾਰ ਸਾਹਿਬ। ਉਸੇ ਮੌਕੇ ਕੈਨੇਡਾ 'ਚ ਆਪਣੀ ਭੈਣ ਨੂੰ ਫੋਨ ਕੀਤਾ, ਭੈਣ ਜੀ ਵੇਖੋ ਵੀ ਆਪ ਮੈਂ ਰੁਮਾਲਾ 2.5 ਲੱਖ ਦਾ ਚੜਾਇਆ, ਵਧੀਆ 2.5 ਲੱਖ ਦਾ ਰੁਮਾਲਾ ਚੜਾਇਆ, ਪਰ ਮੈਂ ਅਜੇ ਵੀ ਭੈਣ ਨੂੰ ਕੈਨੇਡਾ ਸਪਲਾਈ ਕੀਤੀ ਵੀ ਮੈਂ 2.5 ਲੱਖ ਦਾ ਰੁਮਾਲਾ ਦਿੱਤਾ, ਸ਼ਾਇਦ ਅੱਜ ਨਾ ਚੜਾਉਂਦਾ ਤੇ ਗੁਰੂ ਰਾਮਦਾਸ ਨੂੰ ਰੁਮਾਲਾ ਨਹੀਂ ਮਿਲਦਾ। ਇਹੋ ਹੀ ਗੱਲ ਹੈ ਨਾ ਵੀ ਅੱਜ ਆਪਾਂ ਰੁਮਾਲਾ ਚੜਾਇਆ, ਭੈਣ ਜੀ ਰੁਮਾਲਾ ਭੇਟ ਕੀਤਾ ਪਰ ਮੈਂ ਨਹੀਂ ਭੇਟ ਕੀਤੀ। ਅਸ਼ਟਾ ਬੱਕਰ ਰਾਜੇ ਜਨਕ ਨੂੰ ਕਹਿਣ ਲੱਗਾ ਵੀ ਕੁਝ ਭੇਟ ਕਰ। ਤਨ ਕਰਦੇ, ਮਨ ਕਰਦੇ, ਧਨ ਕਰਦੇ, ਤੇਰੀ ਮਰਜ਼ੀ। ਇਹਨਾਂ 'ਚ ਇੱਕ ਲਵਾਂਗਾ, ਬਾਕੀ ਤੈਨੂੰ ਦਿੱਤੀਆਂ। 66% ਤੇਰਾ ਤੇ 33% ਮੇਰਾ। ਰਾਜ ਜਨਕ ਨੇ ਚਲਾਕੀ ਵਰਤੀ, ਕਹਿਣ ਲੱਗਾ ਮਹਾਂਪੁਰਸ਼ੋ ਬੇਨਤੀ ਵੀ ਤਨ ਤਾਂ ਮੇਰੀ ਪਤਨੀ ਦਾ ਹੈ, ਤੇ ਜੇ ਮੈਂ ਤੁਹਾਨੂੰ ਧਨ ਦਿੱਤਾ ਤੇ ਮੈਂ ਰਾਜਾ ਮੇਰਾ ਕਾਰੋਬਾਰ ਕਿਵੇਂ ਚੱਲੇਗਾ? ਮਨ ਲੈ ਲਓ। ਉਹਨੇ ਆਖਿਆ ਵੀ ਨਾ ਕੋਈ ਮਨ ਲਵੇ ਤੇ ਨਾ ਦੇਵੇ, ਬਾਬਾ ਵੀ ਕੋਈ ਤੇ ਆਪਣਾ ਵੀ ਕੰਮ ਸਰ ਗਿਆ। ਅਸ਼ਟਾ ਬੱਕਰ ਕਹਿਣ ਲੱਗਾ ਮਿੱਤਰਾ ਨਾ ਤੇ ਮੈਨੂੰ ਧਨ ਦੀ ਲੋੜ ਹੈ, ਨਾ ਮੈਨੂੰ ਤਨ ਦੀ ਲੋੜ। ਤਨ ਤਾਂ ਤੂੰ ਆਪ ਹੀ ਕਹਿਤਾ ਵੀ ਤੇਰੀ ਧਰਮ ਪਤਨੀ ਦਾ, ਤਨ ਲੈਣ ਵਾਸਤੇ ਮੈਂ ਨਹੀਂ ਆ, ਮੈਨੂੰ ਵੀ ਮਨ ਚਾਹੀਦਾ ਹੈ। ਤੇ ਹੁਣ ਕਾਇਮ ਰਵੀ, ਚੜ ਘੋੜੇ ਤੇ। ਜਦੋਂ ਘੋੜੇ ਤੇ ਚੜਨ ਲੱਗਾ ਨਾ ਤੇ ਅਸ਼ਟਾ ਬੱਕਰ ਨੇ ਪਿੱਛੋਂ ਕੁੜਤੇ ਦੀ ਕੰਨੀ ਖਿੱਚ ਕੇ ਆਖਿਆ ਥੱਲੇ ਉਤਰ। ਉਹ ਕਹਿੰਦਾ ਹੋਸ਼ ਨਾਲ ਗੱਲ ਕਰ, ਤੂੰ ਮੈਨੂੰ ਆਤਮ ਗਿਆਨ ਦੇਣਾ ਤੇ ਤੂੰ ਮੇਰਾ ਕੁੜਤਾ ਖਿੱਚ ਲਿਆ। ਕਹਿਣ ਲੱਗਾ ਰਾਜਨ ਇਹ ਮਨ ਮੇਰਾ ਹੈ, ਹੁਣ ਮੇਰੀ ਮਰਜ਼ੀ, ਮੈਂ ਤੈਨੂੰ ਤਾਂ ਚੜਾਵਾਂ ਕਿ ਨਾ ਚੜਾਵਾਂ, ਹੁਣ ਤੇਰੇ ਵਾਸ ਦੀ ਬਾਤ ਨਹੀਂ। ਰਾਜਾ ਜਨਕ ਅਸ਼ਟਾ ਬੱਕਰ ਦੇ ਚਰਨਾਂ ਦੇ ਡਿੱਗ ਪਿਆ, ਕਹਿਣ ਲੱਗਾ ਜੀ ਮੈਨੂੰ ਆਤਮ ਗਿਆਨ ਹੋ ਗਿਆ। ਭਾਵ ਇਹਦਾ ਅੰਤਰੀਵ ਅਰਥ ਇਹ ਹੈ, ਜਿੱਤ ਰੱਬ ਰਜਾਏ। ਬਾਬੇ ਫਰੀਦਾ ਸ਼ਲੋਕ ਚਿੱਤੇ ਰੱਖਿਆ ਕਰੋ, ਫਰੀਦਾ ਕੰਧੀ ਵਹਿਣ ਨਾ ਢਾਏ, ਤਉ ਵੀ ਲੇਖਾ ਦੇਵਣਾ। ਜਿੱਤ ਰੱਬ ਰਜਾਏ, ਵਹਿਣ ਤਦਾਉ ਗਾਉ ਕਰੇ। ਇਹ ਕੰਢਿਆਂ ਨੂੰ ਨਾ ਢਾ, ਲੇਖਾ ਤੈਨੂੰ ਵੀ ਦੇਣਾ ਪਏਗਾ। ਜਿਹੜੇ ਪਾਸੇ ਰੱਬ ਤੋਰਦਾ ਉਸ ਪਾਸੇ ਨੂੰ ਚੱਲਿਆ ਚੱਲ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਰ ਮਾਨੋ। ਹਰ ਹਰ ਕਥਾ ਨਿਰਾਲੀ। ਤੇ ਗੁਰੂ ਕਹਿੰਦਾ ਕੀ ਹੈ? ਗੁਰੂ ਗਿਆ ਹੈ ਦੀਪਾਲਪੁਰ ਨਗਰ, ਉੱਥੇ ਕੀ ਹੈ? ਗੁਰੂ ਨਾਨਕ ਨੂੰ ਅਸੀਂ ਵੱਡਾ ਕਿਉਂ ਕਹਿੰਦੇ ਆ? ਗੁਰੂ ਨਾਨਕ ਗਰੀਬਾਂ ਦਾ ਯਾਰ ਹੈ, ਗਰੀਬਾਂ ਦਾ। ਧਿਆਨ ਦਿਆ ਜੇ,
ਆ ਵੋਟਾਂ ਪੈਣੀਆਂ ਨੇ ਨਾ, ਆ ਰਹੇ 2-2.5 ਮਹੀਨੇ, ਤੇ ਲੀਡਰਾਂ ਨੇ ਇਵੇਂ ਬੀਬੀਆਂ ਨੂੰ ਆਵਾਜ਼ ਮਾਰ ਕੇ ਆਖਣਾ ਤਾਈ ਪਾਣੀ ਦੀ ਘੁੱਟ ਨਹੀਂ, ਤੇ ਕਿਸੇ ਨੂੰ ਕਹਿਣਗੇ ਭਾਬੀ ਘੁੱਟ ਪਾਣੀ ਦਾ ਪਿਆ। ਜਦੋਂ ਵੋਟਾਂ ਪੈ ਗਈਆਂ ਨਾ ਤਾਈ ਲੱਭਣੀ ਹੈ ਤੇ ਨਾ ਤਾਈ ਦਾ ਭਤੀਜਾ ਲੱਭਣਾ। ਮੁੜ ਕੇ 2-2.5 ਮਹੀਨੇ ਆ ਗਏ, 2-2.5 ਮਹੀਨੇ ਵੇਖਿਆ ਜੇ ਕਿਵੇਂ ਪਾਣੀ ਪੀਂਦੇ, ਢਿੱਡ ਭਾਵੇਂ ਆਫਰ ਜੇ ਪਰ ਪਾਣੀ ਜ਼ਰੂਰ ਪੀਣਗੇ। ਜਿਉਂ ਚੰਡੀਗੜ੍ਹ ਚਲ ਗਏ ਨਾ ਦਿਓਰ ਲੱਭੇ ਤੇ ਨਾ ਭਾਬੀ ਲੱਭੇ ਚੰਡੀਗੜ੍ਹ, ਉਹਨਾਂ ਤੋਂ ਬਚੋ। ਇਹ ਬਾਬਾ ਨਾਨਕ ਹੈ ਜਿਹੜਾ ਗਰੀਬਾਂ ਦਾ ਯਾਰ ਹੈ। ਮਾਈ ਨੇ ਆਵਾਜ਼ ਮਾਰੀ ਵੇ ਮਰ ਜਾਣਿਆ। ਮਾਈ ਦਾ ਨਾਮ ਹੈ ਲੱਖੋ ਤੇ ਪਤੀ ਦਾ ਨਾਮ ਹੈ ਬਦਰਾ। ਉਹਨਾਂ ਦਾ ਕਾਕਾ ਗੁਰੂ ਨਾਨਕ ਪਾਤਸ਼ਾਹ 10 ਸਾਲ ਵੱਡਾ, ਭਾਈ ਮਰਦਾਨਾ ਗੁਰਦੇਵ ਤੋਂ 10 ਸਾਲ ਉਮਰ ਕਰਕੇ ਵੱਡਾ ਹੈ। 10 ਸਾਲ ਭਾਈ ਬਾਲਾ 3 ਸਾਲ ਵੱਡਾ ਹੈ ਤੇ ਭਾਈ ਮਰਦਾਨਾ 10 ਸਾਲ ਵੱਡਾ ਉਮਰ ਕਰਕੇ। ਜਦੋਂ ਆਵਾਜ਼ ਮਾਰੀ ਨਾ ਤੇ ਮਾਤਾ ਲੱਖੋ ਕਹਿਣ ਲੱਗੀ ਪੁੱਤ ਨਾਨਕ ਮੈਂ ਕੀ ਦੱਸਾਂ, ਪਹਿਲਾਂ 6 ਤੋਰੇ ਮੈਂ ਤਾਂ ਨਾਂ ਲੱਗਿਆ ਵੀ ਇਹ ਮਰਨਾ, ਇਹਨੇ ਮਰ ਜਾਣਾ ਹੈ। ਜਦੋਂ ਆਖਿਆ ਨਾ ਵੀ ਮਰ ਜਾਣਿਆ ਰੋਟੀ ਖਾ ਲਾ, ਤੇ ਬਾਬੇ ਨਾਨਕ ਦੇ ਅੰਦਰ ਦਇਆ ਤੇ ਤਰਸੇ ਕਹਿਣ ਲੱਗਾ ਬੇਬੇ ਮੇਰੇ ਵੀਰ ਨੂੰ ਮਰ ਜਾਣਾ ਨਾ ਕਹੋ। ਉਹ ਕਹਿਣ ਲੱਗੀ ਪੁੱਤ ਨਾਨਕ ਕਿਉਂ ਨਾ ਆਖਾਂ, ਮੈਂ ਇਹਦੇ ਵਰਗੇ ਪਹਿਲਾਂ ਤੋਰੇ ਨੇ। ਤੇ ਬਾਬੇ ਨੇ ਆਖਿਆ ਮਾਂ ਤੁਰਨ ਵਾਲੇ ਤੁਰ ਗਏ, ਇਹ ਦਾਨਾ ਮਰਦ ਮਰਦਾਨਾ ਹੈ, ਮੇਰਾ ਭਰਾ ਹੈ। ਦੁਨੀਆ ਦੇ ਕਿਸੇ ਪੈਗੰਬਰ ਨੇ ਆਪਣੇ ਸਿੱਖ ਨੂੰ ਭਰਾ ਨਹੀਂ ਬਣਾਇਆ। ਗੁਰੂ ਨਾਨਕ ਹੈ ਜਿਹੜਾ ਗਰੀਬਾਂ ਨੂੰ ਭਰਾ ਬਣਾਉਂਦਾ, ਭਾਈ ਦਾ ਭਾਵ ਦਾ ਭਰਾ। ਬਾਬਾ ਗਿਆ ਦੀਪਾਲਪੁਰ ਨਗਰ ਵਿੱਚ, ਕਿਸੇ ਕੋਠੀ ਵਾਲੇ ਦੇ ਘਰ ਨਹੀਂ, ਕਿਸੇ ਮਹਿਲਾ ਵਾਲੇ ਦੇ ਘਰ ਨਹੀਂ। ਭਾਈ ਮਨੀ ਸਿੰਘ ਦੀ ਲਿਖਤ ਮੁਤਾਬਕ ਕੋੜੀ ਫਕੀਰ ਦੀ ਸਾਖੀ ਉਹਨਾਂ ਲਿਖਿਆ। ਕੋੜੀ ਫਕੀਰ ਦੀ ਸਾਖੀ, ਇੱਕ ਫਕੀਰ ਹੈ ਕੋੜੀ ਹੈ, ਕੁੰਡਾ ਖੜਕਾਇਆ, ਉਹਨੇ ਕੁੰਡਾ ਖੋਲਿਆ। ਜਿਹੜੇ ਲਫ਼ਜ਼ ਭਾਈ ਮਨੀ ਸਿੰਘ ਲਿਖੇ ਨੇ ਨਾ, ਉਹ ਕੋੜੀ ਕੌਣ ਲੱਗਾ ਤੁਸੀਂ ਕੌਣ ਹੋ? ਮੇਰੇ ਕੋਲ ਤਾਂ ਪਸ਼ੂ ਤੇ ਪੰਛੀ ਵੀ ਡਰਦੇ ਨੇ। ਲਿਖਤਾ ਹੈ ਮੇਰੇ ਕੋਲ ਤਾਂ ਪਸ਼ੂ ਤੇ ਪੰਛੀ ਵੀ ਡਰਦੇ ਨੇ। ਜਿਨ੍ਹਾਂ ਦੇ ਕੋਲ ਪਸ਼ੂ ਤੇ ਪੰਛੀ ਵੀ ਨਹੀਂ ਜਾਂਦੇ ਬਾਬਾ ਨਾਨਕ ਉਹਨਾਂ ਦੇ ਘਰੇ ਵੀ ਜਾਂਦਾ ਹੈ। ਉਹਨੇ ਦਰਵਾਜ਼ਾ ਖੋਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਵਜਾ ਕਾਈ ਸਿਫਤ ਖੁਦਾਏ ਦੀ ਕਰੀਏ। ਧਿਆਨ ਦਿਆ ਜੇ ਆਪ ਆਮ ਕਰਕੇ ਨੇ ਵੀ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ, ਇਹ ਆਮ ਪ੍ਰਚਲਿਤ ਹੈ। ਲੇਕਿਨ ਲਿਖਿਆ ਹੈ ਵੀ ਮਰਦਾਨਿਆਂ ਰਬਾਬ ਵਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਜਿਹੜਾ ਆਪਾਂ ਦੀਵਾਨ ਲਾਉਣੇ ਨਾ ਇਹ ਰਬਾਬ ਵਜਾਉਣੇ ਆ, ਔਰ ਇਸ ਰਬਾਬ ਦੇ ਮੌਕੇ ਤੇ ਖੁਦਾ ਦੀ ਸਿਫਤ ਹੋਵੇ, ਬੰਦਿਆਂ ਦੀ ਸਿਫਤ ਨਾ ਹੋਵੇ। ਬਾਬੇ ਨੇ ਬਾਣੀ ਉਚਾਰੀ, ਜਿਉ ਤਬਤ ਹੈ ਬਾਰੋ ਬਾਰ, ਤਬ ਤਬ ਖਬੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬੁਲਾਏ। ਇਹ ਜੀਵ ਤਬਦਾ ਕਿਉਂ ਹੈ? ਬਾਣੀ ਦੇ ਭੁੱਲਣ ਕਰਕੇ। ਅਗਰ ਬਾਣੀ ਚੇਤੇ ਹੈ ਨਾ ਤੇ ਬੰਦਾ ਕਲਪੇਗਾ ਨਹੀਂ। ਮੈਂ ਰਸਤੇ 'ਚ ਆਉਂਦਿਆਂ ਆਨੰਦ ਸਾਹਿਬ ਦੀ ਬਾਣੀ ਸਰਵਣ ਕੀਤੀ, ਆਉਂਦਿਆਂ ਰਸਤੇ ਤੁਹਾਡੇ ਪਿੰਡ ਨੂੰ ਗੁਰੂ ਬਾਬਾ ਕਹਿੰਦਾ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਗੁਰੂ ਅਮਰਦਾਸ ਸਾਨੂੰ ਰੋਜ਼ਾਨਾ ਕਹਿੰਦਾ ਇਹ ਸਰਵਣੋ ਮੇਰ ਹੋ, ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ। ਆਪਾਂ ਸਤ ਸੁਣਨ ਦੀ ਬਜਾਏ ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਨਾ, ਆਪਾਂ ਕਹਿੰਦੇ ਫਲਾਣਾ ਸਾਹਿਬ ਪਰਾਂ ਪਰਾਂ ਗੱਲਾਂ ਕਰਦਾ, ਲਾਗੇ ਹੋ ਕਿ ਆ ਕੀ ਆਖਿਆ ਹੀ ਮੈਂ ਚੜਦੇ ਆ ਮੈਲ। ਜੇ ਕੋਈ ਚੰਗੀ ਗੱਲ ਕਵੇ ਨਾ ਤੇ ਆਪਾਂ ਕਹਿੰਦੇ ਆਪਣਾ ਗਿਆਨ ਪਰਾਂ ਰੱਖ। ਬਾਬਾ ਕਹਿੰਦੇ ਅਸੀਂ ਤਪਦੇ ਕਿਉਂ ਆ? ਜਿਉ ਤਬਤ ਹੈ ਬਾਰੋ ਬਾਰ, ਤਬ ਤਬ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬੁਲਾਏ। ਆਪਾਂ ਪਰੇਸ਼ਾਨ ਕਾਂ ਤਾਂ ਆਪਾਂ ਬਾਣੀ ਤੋਂ ਦੂਰ ਹੋ ਗਏ। ਮੈਂ ਤਕਰੀਬਨ ਹਰ ਰੋਜ਼ ਹਰ ਥਾਂ ਤੇ ਇੱਕੋ ਗੱਲ ਕਰਦਾ, ਜਿੱਥੇ ਜਪਜੀ ਹੈ ਉੱਥੇ ਪਰੇਸ਼ਾਨੀ ਨਹੀਂ, ਜਿੱਥੇ ਪਰੇਸ਼ਾਨੀ ਉੱਥੇ ਜਪਜੀ ਨਹੀਂ ਹੋਣਾ। ਮੇਰਾ ਜ਼ਿੰਦਗੀ ਦਾ ਤਜਰਬਾ ਵਿਸ਼ਵਾਸ ਹੈ। ਕਹਿੰਦੇ ਜੀ ਫਲਾਣੇ ਪਰੇਸ਼ਾਨੀ ਹੈ, ਇਹਦਾ ਕਾਰਨ
ਜਪਜੀ ਹਿੱਦਰ 'ਚ ਵਰਤਿਆ ਨਹੀਂ। ਜਪਜੀ ਵਸਿਆ 75 ਸਾਲ ਦਾ ਬਜ਼ੁਰਗ ਬਾਬਾ ਦੀਪ ਸਿੰਘ ਸੀਸ ਲੈ ਗਿਆ ਤੇ ਕਿਸੇ ਨੇ ਆਖਿਆ ਬਾਬਾ ਦਰਬਾਰ ਸਾਹਿਬ ਤਾਂ ਦੂਰ, ਕਹਿੰਦਾ ਗੁਰਮੁਖਾ ਜੇ ਵਿਗੜਿਆ ਵੀ ਕੀ ਹੈ। ਸੀਸ ਕੱਟਿਆ ਗਿਆ ਤੇ ਕਹਿੰਦਾ ਜੇ ਵਿਗੜਿਆ ਵੀ ਕੀ ਹੈ। ਇਹ ਜੇ ਜਪਜੀ ਸਾਹਿਬ ਦੇ ਪਾਠ ਦੀ ਤਾਕਤ, ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਅਸਥਾਨ ਤੇ ਆਇਆ ਨਾ ਤੇ ਬਾਬਾ ਕਹਿੰਦਾ ਬਾਣੀ ਨਾਲ ਜੁੜ, ਤੂੰ ਤਪੇਂਗਾ ਨਹੀਂ, ਤੇ ਜੇ ਤਪਦਾ ਤੇ ਤੂੰ ਬਾਣੀ ਨਾਲ ਨਹੀਂ ਜੁੜਿਆ। ਇਹ ਆਪਾਂ ਗੁਰੂ ਨਾਨਕ ਦੇ ਸਥਾਨ ਤੋਂ ਸਿੱਖਿਆ ਲਈਏ। ਹੁਣ ਦੂਜੇ ਪਾਸੇ ਜਾਵਾਂ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਇੱਥੇ ਚਰਨ ਪਾਏ ਨੇ। ਇਹ ਗੁਰੂ ਕਿੰਨਾ ਕੁ ਲਾਗੇ ਹੈ, ਗੁਰੂ ਅਰਜਨ ਸੱਚੇ ਪਾਤਸ਼ਾਹ ਕਿੰਨਾ ਕੁ ਲਾਗੇ ਹੈ। ਗਜਨੀ ਦੇ ਵਿੱਚ ਇੱਕ ਕਟਾਰੂ ਨਾਮ ਦਾ ਸਿੱਖ ਦੁਕਾਨਦਾਰ ਹੈ, ਦੁਕਾਨਦਾਰ, ਉਹਦਾ ਨਾਮ ਹੈ ਭਾਈ ਕਟਾਰੂ। ਅਸੀਂ ਆਮ ਕਰਕੇ ਅੱਜ ਵੀ ਆਪਾਂ ਕਈ ਥਾਵਾਂ ਤੇ ਵੇਖਦੇ ਹਾਂ, ਦੁਕਾਨ ਸਬਜ਼ੀ ਵਾਲੇ ਭਰਾ ਆਉਂਦੇ ਨੇ ਨਾ ਤੇ ਉਹਨਾਂ 3-4 ਵੱਟੇ ਹੋਣਗੇ, 3-4 ਉਹਨਾਂ ਪੱਥਰ ਦੇ ਗੋਲ ਮੁੱਢੋਂ ਲਟਪਟੇ ਦੇ ਕਹਿਣਗੇ ਜੀ 3 ਕਿਲੋ ਦਾ ਹੈ। ਇਹ ਆਪਾਂ ਜੀ ਵੇਖਦੇ ਹਾਂ। ਭਾਈ ਕਟਾਰੂ ਦੇ ਵੱਟਿਆਂ ਨੂੰ ਚੈੱਕ ਕਰਨ ਵਾਸਤੇ ਆਏ ਸਰਕਾਰੀ ਮੁਲਾਜ਼ਮ ਤੇ ਭਾਈ ਕਟਾਰੂ ਨੇ ਅੰਮ੍ਰਿਤਸਰ ਸਾਹਿਬ ਨੂੰ ਮੂੰਹ ਕਰਕੇ ਆਖਿਆ, ਪਾਤਸ਼ਾਹ ਇੱਕ ਮੈਂ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਨਮੁਖ ਹੋ ਕੇ ਪੜ੍ਹਦਾ ਹੁੰਨਾ ਤੇ ਤੁਹਾਨੂੰ ਵੀ ਪੜ੍ਹਨ ਦੀ ਬੇਨਤੀ ਕਰਾਂ, ਜ਼ਰੂਰ ਪੜ੍ਹਿਆ ਕਰੋ। ਉਹ ਪੰਕਤੀ ਇਹ ਹੈ, ਜੇ ਭੁੱਲੀ ਜੇ ਚੁੱਕੀ ਸਾਈਂ ਭੀ ਧੀਂਜੀ ਕਾਂਢਿਆ, ਜਿਨ੍ਹਾਂ ਨੇਹੂ ਦੁਜਾਣੇ ਲੱਗਾ ਝੂਰ ਮਰੋਂ ਸੇ ਵਾਂਢਿਆ, ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ, ਲਾਲ ਪਿਆਰਾ ਇਹੋ ਮਹਿੰਜਾ ਆਸਰਾ। ਇਹਦਾ ਅਰਥ ਹੈ ਮਹਾਰਾਜ, ਮੈਂ ਮਨ ਕਰਕੇ ਭੁੱਲਾਂ ਸਰੀਰ ਕਰਕੇ ਬੜੀਆਂ ਗਲਤੀਆਂ ਹੁੰਦੀਆਂ ਨੇ, ਪਰ ਫਿਰ ਵੀ ਲੋਕੀ ਮੈਨੂੰ ਤੇਰਾ ਸਿੱਖ ਕਹਿੰਦੇ ਨੇ ਤੇ ਮੇਰੀ ਪੱਤ ਰੱਖੀ। ਅੰਦਰੋਂ ਤਾਂ ਭਾਵੇਂ ਮੈਂ ਨਕਮਾ ਹੈ, ਪਰ ਲੋਕੀ ਮੈਨੂੰ ਕਹਿੰਦੇ ਨੇ ਗੁਰੂ ਨਾਨਕ ਦਾ ਸਿੱਖ ਹੈ, ਇਸ ਕਰਕੇ ਮੇਰੇ ਤੇ ਕਿਰਪਾ ਕਰੀ, ਮੇਰੀ ਪੱਤ ਰੱਖੀ। ਲੋਕੀ ਇਹ ਨਾ ਕਹਿਣ ਵੀ ਗੁਰੂ ਨਾਨਕ ਦੇ ਸਿੱਖ ਨੇ ਇਹ ਕ੍ਰੀਤੀ ਕੀਤੀ, ਤੇਰਾ ਮੇਰਾ ਨਾਮ ਜੁੜਿਆ, ਮੈਂ ਤੇਰਾ ਸਿੱਖ ਹਾਂ। ਭਾਈ ਕਟਾਰੂ ਦੇ ਵੱਟਿਆਂ ਨੂੰ ਚੈੱਕ ਕਰਨ ਵਾਸਤੇ ਆਏ, ਉਹਨੇ ਇਹੋ ਅਰਦਾਸ ਕੀਤੀ, ਪਾਤਸ਼ਾਹ ਮੈਂ ਜਾਣਬੁੱਝ ਕੇ ਹੇਰਾ ਫੇਰੀ ਨਹੀਂ ਕੀਤੀ, ਪਰ ਜੇ ਵੱਟੇ ਘੱਟ ਨੇ ਤੇ ਮੇਰੀ ਪੱਤ ਰੱਖੀ। ਇੱਥੇ ਇਤਿਹਾਸ 'ਚ ਲਿਖਿਆ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਸਨਮੁਖ ਸੰਗਤਾਂ ਲੈਣ ਲਾ ਕੇ ਮੱਥਾ ਟੇਕ ਰਹੀਆਂ ਨੇ। ਇੱਕ ਸਿੱਖ ਦੇ ਕੋਲ ਟਕਾ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਵੀ ਉਸ ਗੁਰਮੁਖ ਨੂੰ ਪਹਿਲਾਂ ਅੱਗੇ ਲਿਆਓ। ਸਾਰੇ ਵਿਚਾਰਾਂ 'ਚ ਪੈ ਗਏ ਵੀ ਲੈਣ ਲੱਗੀ ਹੈ, ਸਾਰਿਆਂ ਨੇ ਵਾਰੀ-ਵਾਰੀ ਗੁਰਦੇਵ ਨੂੰ ਮੱਥਾ ਟੇਕਣਾ ਤੇ ਕਹਿੰਦੇ ਜਿਹੜਾ ਪਿੱਛੇ ਖਲੋਤਾ ਉਹਨੂੰ ਪਹਿਲਾਂ ਲਿਆਓ। ਜਦੋਂ ਲੈ ਆਂਦਾ ਨਾ ਉਹਨੂੰ ਕਹਿੰਦੇ ਗੁਰਮੁਖਾ ਲਿਆ ਟਕਾ। ਸਾਰੇ ਹੈਰਾਨ, ਕਦੇ ਉਹ ਸੱਜੇ ਹੱਥ ਤੇ ਰੱਖਦੇ ਨੇ, ਕਦੇ ਖੱਬੇ ਹੱਥ ਤੇ ਰੱਖਦੇ ਨੇ। ਕੁਝ ਪਰਾਂ ਤੋਂ ਬਾਅਦ ਉਹ ਟਕਾ ਥੱਲੇ ਰੱਖ ਦਿੱਤਾ ਤੇ ਕਿਸੇ ਗੁਰਮੁਖ ਨੇ ਆਖਿਆ, ਪਾਤਸ਼ਾਹ ਅੱਜ ਤੁਸੀਂ ਟਕੇ ਦੇ ਨਾਲ ਬੜਾ ਕਦੇ ਸੱਜੇ ਤੇ ਖੱਬੇ ਹੱਥ ਕਰਦੇ ਸੀ, ਇਹ ਕੀ ਕੌਤਕ ਕੀਤਾ ਹੈ? ਕਹਿੰਦੇ ਗੁਰਮੁਖੋ ਕਾਹਲੇ ਨਾ ਪਾਓ, ਕੁਝ ਦਿਨਾਂ ਨੂੰ ਗੁਰਮੁਖੋ ਟਕੇ ਵਾਲਾ ਵੀ ਆ ਜਾਏਗਾ ਜਿਹਦੇ ਕਰਕੇ ਸਾਨੂੰ ਇਹ ਕੰਮ ਕਰਨਾ ਪਿਆ। ਜਦੋਂ ਮੁਲਾਜ਼ਮ ਚਲੇ ਗਏ ਨਾ ਤੇ ਭਾਈ ਕਟਾਰੂ ਨੇ ਵੇਖਿਆ ਵੀ ਮਨਾ ਵੇਖਾਂ ਤਾਂ ਸਹੀ ਵੀ ਮੇਰੇ ਵੱਟੇ ਪੂਰੇ ਕਿ ਨਹੀਂ ਪੂਰੇ। ਜਦੋਂ ਉਹਨੇ ਤੋਲ ਕੇ ਵੇਖਿਆ ਨਾ ਉਹਦਾ ਵੱਟਾ ਟਕਾ ਘੱਟ। ਕਹਿਣ ਲੱਗਾ, ਜਿਸ ਗੁਰੂ ਨੇ ਮੇਰੀ ਪੱਤ ਰੱਖੀ ਹੈ ਨਾ, ਪਹਿਲਾਂ ਉਹਦਾ ਧੰਨਵਾਦ ਕਰੀਏ। ਗਜਨੀ ਕਿੱਥੇ? ਅਫਗਾਨਿਸਤਾਨ 'ਚ ਗੁਰਮੁਖ ਉੱਥੋਂ ਚੱਲਿਆ ਤੇ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਚਰਨਾਂ ਸਿਰ ਆਖਿਆ ਕਿ ਪਾਤਸ਼ਾਹ ਜਿਵੇਂ ਇੱਥੇ ਮੇਰੇ ਵੱਟੇ ਪੂਰੇ ਕੀਤੇ, ਮੇਰੇ ਉੱਥੇ ਵੀ ਕਰ ਦੇ। ਇਹ ਗੁਰੂ ਉਹ ਹੈ, ਜੇ ਆਪਾਂ ਉਹਦੇ ਹੋ ਜਾਈਏ ਨਾ ਤੇ ਸਾਡੇ ਘੱਟ ਵੱਟਿਆਂ ਨੂੰ ਵੀ ਪੂਰੇ ਕਰਦਾ ਹੈ। ਪਰ ਲੋੜ ਤਾਂ ਉਹਦੇ ਹੋਣ ਦੀ, ਲੋੜ ਉਹਦੇ ਅੱਗੇ ਅਰਦਾਸ ਕਰਨ ਦੀ। ਇਹ ਕਿਹੋ ਜਿਹਾ ਗੁਰੂ ਹੈ? ਆਗਰੇ ਗਏ, ਜਹਾਂਗੀਰ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਵੀ ਮਹਾਰਾਜ
ਇਹ ਚੰਦਰਾ ਮਨ ਸ਼ੰਕਿਆ ਤੋਂ ਹਟਦਾ ਨਹੀਂ। ਮੇਰੇ ਮਨ ਵਿੱਚ ਸ਼ੰਕਾ ਹੈ ਵੀ ਤੁਹਾਨੂੰ ਲੋਕੀ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ। ਆਪਾਂ ਸਾਰੇ ਨੇ ਕਹਿੰਦੇ ਗੁਰੂ ਪਾਤਸ਼ਾਹ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ ਨਾ, ਇਹਦਾ ਮਤਲਬ ਕੀ ਹੈ? ਧਿਆਨ ਦਿਆ ਜੇ। ਜਹਾਂਗੀਰ ਹੋਇਆ, ਅਕਬਰ ਹੋਇਆ, ਸ਼ਾਹਜਹਾਨ ਹੋਇਆ, ਬਾਬਰ ਹੋਇਆ, ਆਪਾਂ ਜਦੋਂ ਵੀ ਉਹਨਾਂ ਦਾ ਨਾਂ ਲੈਨੇ ਉਹਨੂੰ ਕਹਿੰਦੇ ਬਾਦਸ਼ਾਹ। ਜਦੋਂ ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਉੱਥੇ ਆਪਾਂ ਕਹਿੰਦੇ ਪਾਤਸ਼ਾਹ। ਇਹਦਾ ਫਰਕ ਕੀ ਹੈ? ਇੱਕ ਪਾਸੇ ਗੁਰੂ ਸਾਹਿਬਾਨਾਂ ਵਾਸਤੇ ਪਾਤਸ਼ਾਹ, ਬਾਬਰ, ਹਮਾਯੂ, ਅਕਬਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਇਹਨਾਂ ਨਾਲ ਅਸੀਂ ਪੜ੍ਹਦੇ ਹਾਂ ਬਾਦਸ਼ਾਹ ਪਾਤਸ਼ਾਹ ਨਹੀਂ ਕਹਿੰਦੇ। ਕਾਰਨ ਬਾਦ ਕਹਿੰਦੇ ਝਗੜਿਆਂ ਨੂੰ। ਜਿਹੜੇ ਜ਼ਿੰਦਗੀ ਪਰਯੰਤ ਝਗੜੇ ਕਰਦੇ ਰਹਿਣ ਤੇ ਝਗੜੇ ਨਜਿੱਠਦੇ ਰਹਿਣ ਉਹਨਾਂ ਨੂੰ ਕਹਿੰਦੇ ਨੇ ਬਾਦਸ਼ਾਹ, ਤੇ ਗੁਰੂ ਨੂੰ ਕਹਿੰਦੇ ਨੇ ਪਾਤਸ਼ਾਹ। ਪਾਤਸ਼ਾਹ ਕਿਉਂ ਕਹਿੰਦੇ ਨੇ? ਇਹ ਪੱਤ ਦਿੰਦਾ ਪੱਤ। ਇਤਿਹਾਸ ਭਰਿਆ ਪਿਆ ਹੈ। ਪਾਕਿਸਤਾਨ 'ਚ ਇੱਕ ਸ਼ਹਿਰ ਮਾਨਕੀਰਾ ਹੈ, ਤੇ ਤੁਸੀਂ ਕਦੇ ਜਨਮ ਸਾਖੀ ਸਾਖੀ ਕੱਢ ਲੈਣੀ, ਹੋਲਾਂ ਵਾਲੀ ਸਾਖੀ, ਹੋਲਾਂ ਵਾਲੀ ਸਾਖੀ। ਇਹਦਾ ਪ੍ਰਸੰਗ ਕੀ ਹੈ? ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਾਨਕੀਰੇ ਸ਼ਹਿਰ ਗਏ, ਚੇਤ ਦਾ ਮਹੀਨਾ ਹੈ, ਤੇ ਕਿਸੇ ਜ਼ਿਮੀਂਦਾਰ ਦੇ ਖੇਤਾਂ ਦਾ ਰਾਖਾ, ਇੱਕ ਮੇਰੇ ਵਰਗਾ ਗਰੀਬ, ਉਹ ਖੇਤਾਂ ਦੀ ਰਾਖੀ ਕਰ ਰਿਹਾ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਉਸ ਛੋਲਿਆਂ ਦੀ ਵੱਟ ਤੇ ਜਾ ਬੈਠੇ। ਜਦੋਂ ਜਾ ਕੇ ਬੈਠੇ ਨਾ, ਇੱਕ ਮੈਂ ਹੋਰ ਲਫ਼ਜ਼ ਕਹਿੰਦਾ ਹੁੰਦਾ ਮੇਰੇ ਮੂੰਹ ਤੇ ਚੜਿਆ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਆਪਣੇ ਆਪ ਨਾ ਕੋ ਕਮਲਾ ਤੇ ਨਾ ਕੋ ਸਿਆਣਾ, ਜੇ ਦਿਨ ਚੰਗੇ ਤੇ ਵਾਹਿਗੁਰੂ ਦੀ ਕਿਰਪਾ ਤੇ ਉਦੋਂ ਕਮਲਾ ਵੀ ਸਿਆਣਾ, ਜੇ ਦਿਨ ਮਾੜੇ ਤੇ ਸਿਆਣਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ। ਇਹ ਗੁਰੂ ਕਿਰਪਾ ਕਰੇ ਸਾਡੀ ਮੱਤ ਤੇ ਪਰਦਾ ਨਾ ਪੈ ਜਾਏ। ਉਹ ਬੱਚਾ ਕਿਸੇ ਦੇ ਖੇਤਾਂ ਦਾ ਰਾਖਾ ਹੈ। ਇੱਕ ਆਪਾਂ ਲਫ਼ਜ਼ ਪੜ੍ਹਦੇ ਹਾਂ ਭਾਈ ਗੁਰਦਾਸ ਦੀਆਂ ਵਾਰਾਂ 'ਚ, ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰਾਖੇ, ਸਤਿਗੁਰੂ ਕੋਟ ਨਿਧਾਨ ਦਾਨ ਦੇਤ ਹੈ। ਗੁਰੂ ਦੇ ਅੱਗੇ ਸ਼ਰਧਾ ਦੇ ਨਾਲ ਕਿਤੇ ਇੱਕ ਰੁਪਈਆ ਵੀ ਰੱਖਦੀ ਹੈ ਤੇ ਗੁਰਮੁਖ ਕਰੋਨਾ ਖਜ਼ਾਨੇ ਦੇ ਦਿੰਦੇ ਨੇ। ਮੈਨੂੰ ਆਪਣੀ ਹੱਡ ਬੀਤੀ ਨਿੱਘੀ ਚੇਤੇ ਆ, ਥੋੜ੍ਹੇ ਦਿਨ ਦੀ ਗੱਲ ਹੈ, ਜਦੋਂ ਕਰੋਨਾ ਲੱਗਾ ਸੀ ਨਾ, ਤੇ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਨਿਕਲਿਆ ਬਾਹਰ, ਤੇ ਮੇਰੇ ਮਨ 'ਚ ਫੁਰਨਾ ਹੈ ਵੀ ਜਸਵੰਤ ਸਾਹਿਬ ਸਾਰੀ ਜ਼ਿੰਦਗੀ ਲਈ ਜਾਣਾ ਹੈ ਕਿ ਤੂੰ ਵੀ ਦਸਾਂ ਦਾ ਨੋਟ ਕਿਸੇ ਰਾਗੀ ਢਾਡੀ ਕੇ ਮੱਥਾ ਟੇਕਦੇ। ਮੈਂ ਕਹਿਣ ਲੱਗਾ ਵੀ ਇਹ ਦਿੰਦਾ ਕਿਵੇਂ? ਆਪਾਂ ਇਹਦੇ ਰੱਖਦੇ ਨਹੀਂ, ਇਹ ਤਾਂ ਪਲ ਨਹੀਂ ਲਾਉਂਦਾ। ਮੈਂ 50 ਰੁਪਏ ਉਹਨਾਂ ਢਾਡੀ ਸਿੰਘਾਂ ਦੇ ਅੱਗੇ ਰੱਖੇ, ਘਰ ਨੂੰ ਆ ਰਿਹਾ ਸਾਂ, ਰਸਤੇ 'ਚ ਪਸਾਰੀ ਦੁਕਾਨ ਸੀ, ਉੱਥੋਂ ਮੈਂ ਕੋਈ ਚੀਜ਼ ਲੈਣੀ ਸੀ, ਤੇ ਤੁਹਾਡੇ ਰਾਹ 'ਚ ਆਇਆ ਰਾਮ ਦਿਵਾਲੀ ਪਿੰਡ। ਮੈਨੂੰ ਇਹ ਗੱਲ ਤਾਂ ਚੇਤੇ ਆਈ, ਇਹ ਗੱਭਰੂ 30 ਸਾਲਾਂ ਦਾ, ਤੇ ਉੱਥੋਂ ਵਿਚਾਰਾ ਬੜਾ ਔਖਾ ਹੋ ਕੇ ਲੰਘਿਆ, ਤੇ ਮੈਨੂੰ ਕਹਿੰਦਾ ਗਿਆਨੀ ਜੀ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ, ਮੇਰੇ ਮਨ ਦੀ ਭਾਵਨਾ ਸੀ ਤੁਹਾਡੇ ਦਰਸ਼ਨ ਕਰਨਾ, ਪਰ ਹੁੰਦੇ ਨਹੀਂ ਸੀ। ਔਰ ਉਹਨੇ 100 ਰੁਪਇਆ ਮੇਰੀ ਜੇਬ 'ਚ ਪਾਇਆ, ਤੇ ਮੈਂ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਤੂੰ ਤਾਂ ਐਡਾ ਨਗਦੀ ਥਾਰਨਾ, 50 ਦੇ ਕੇ ਆ ਤੇ ਘਰ ਨਹੀਂ ਗਿਆ ਤੇ 100 ਬਣ ਗਿਆ। ਇਹ ਮੇਰੀ ਹੱਡ ਬੀਤੀ ਜੀ, ਹੱਡ ਬੀਤੀ। ਕਹਿਣ ਦਾ ਭਾਵ ਕਿ ਅਸੀਂ ਗੁਰੂ ਅੱਗੇ ਭੇਟ ਕਰਦੇ ਨੇ ਤੇ ਕੌਡੀ ਦੇ ਲੱਖਾਂ ਖਜ਼ਾਨੇ ਬਣਾ ਦਿੰਦਾ। ਉਸ ਗਰੀਬ ਬੱਚੇ ਨੇ ਜੋ ਲਿਖਿਆ ਇਤਿਹਾਸ ਵਿੱਚ, ਤੁਸੀਂ ਮੈਂ ਨਾਲ ਸਾਖੀ ਲਿਖ ਦੱਸਿਆ, ਕੱਢਣਾ ਹੋਵੇ ਤੇ ਪੜ੍ਹਨਾ, ਤੁਸੀਂ ਕਹਿੰਦੇ ਹੋਲਾਂ ਵਾਲੀ ਸਾਖੀ ਸਿਰਲੇਖ ਇਹਦਾ ਹੈ। ਉਸ ਬੱਚੇ ਦੇ ਕੋਲ, ਵਿਚਾਰੇ ਦੇ ਕੋਲ ਕੋਈ ਹੋਰ ਗੁੰਜਾਇਸ਼ ਨਹੀਂ, ਸੁੱਕਾ ਘਾਹ ਪਿਆ ਸੀ, ਤੇ ਉਹਨੇ ਝਾੜ ਕੇ ਆਖਿਆ ਬਾਬਾ ਜੀ ਪੋਲੇ ਥਾਂ ਤੇ ਬਹਿ ਜਾਓ, ਸੁੱਕਾ ਘਾਹ, ਕੱਪੜਾ ਕੋਈ ਨਹੀਂ। ਮੁੜ ਕੇ ਮਨ 'ਚ ਵਿਚਾਰ ਕੀਤੀ ਵੀ ਮਨਾ ਕੋ ਬਾਬਿਆਂ ਦੇ ਖਾਣ ਲਈ ਵੀ ਕਰੀਏ। ਉਸ ਗੁਰਮੁਖ ਪਿਆਰੇ ਨੇ ਛੋਲਿਆਂ ਨੂੰ ਵੱਢ ਕੇ, ਫੁੱਟ ਕੇ ਕਹਿ ਲੋ, ਆਹ ਭੌਲਾਂ ਚੱਬੀਆਂ ਨੇ, ਹੁਣ ਤਾਂ ਛੋਲੇ ਚਲੇ ਗਏ। ਉਹਨੇ ਹੋਲਾਂ ਘੁੰਮੀਆਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੈਂ ਇੰਨੇ ਜੋਗਾ ਹੋਲਾਂ ਤਾਂ ਖਾ ਲਓ। ਹੋਲਾਂ ਖਾ ਲੀਆਂ। ਮੈਂ ਨਾਲ ਬੇਨਤੀ ਵਾਰ-ਵਾਰ ਕਰ ਰਿਹਾ ਕਿ ਇਹ ਕੋਲੋਂ ਗੰਢੇ ਤੋੜ ਕੇ ਨਹੀਂ, ਇਹ ਮੇਰੇ ਗੁਰੂ ਦੀਆਂ ਵਡਿਆਈਆਂ ਇਤਿਹਾਸ ਵਿੱਚ ਦਰਦ ਨੇ ਹੋਈਆਂ ਘਟਨਾ। ਕਹਿੰਦੇ ਨੇ ਆਪਾਂ ਕੋਲੋਂ ਦ੍ਰਿਸ਼ਟਾਂਤ ਘੜਦੇ, ਦ੍ਰਿਸ਼ਟਾਂਤ ਨਹੀਂ, ਇਹ ਗੁਰੂ ਦਾ ਇਤਿਹਾਸ ਹੈ।
शाम पई ते गुरु बाबे के चरणों ते हथ लग, कहने लगा भी महाराज जी मैनू आग्या दो ते मैं तुहाडे वास्ते एक अद्धी दरी खेस लैवां, रात सौखी कट्टी जाएगी, मैं तो रहना ही इत्थे है ते नाले बेबे को रुखी सुखी दो चार रोटियां लैवांगा पका के। उत्थे गुरु नानक पातशाह कहने लगे सत्तर तेरा लेप निहाली है को अजकल बाबा इहो जिहा इन्हां दे गूड़ी जाके हथ लाउंदे जे, ये गुरु नानक है जेड़े उन्हें घाह सुक्का झाड़ के गुरु बाबे दे थले रखिया सी ना। गुरु नानक नूं कहंदा लेफ निहालियां, सत्तर तेरा लेफ निहाली भाओ तेरा पकवान, नानक सिफती रजिया आओ बैठ सुल्तान पुत्रा, मैं वैगुरू की सिफत करके रजिया, तू मेरा राजा पुत्र बह जा, सानू अजे लोड़ नहीं। जदों गुरु बाबे ने उन्होंने कहा ना, सुल्तान ते मर्दाने ने गुरु बाबे वाल वेखिया कि ये गरीब बंदा किसी के खेतों की राखी करने वाला, बाबे ने सुल्तान कह दिता। गुरु बाबा हस के कहने लगा मर्दानिया काला ना पाओ, करतार दे रंग वे करतार करदा की है। दिन का चढ़ा होया उन्होंने कहते जा काका जा हुण। उस नगर का राजा मर गया सी और उहदे वजीरां ने, क्योंकि उहदे घर संतान ने सी राय की फलाने दरवाजे के अगे जिहड़ा सवेरे अमृत वेले आ जाए आपां ओह राजा तस्लीम कर लेना। जिहड़ा कल किसी के खेतों में राखी करता सी, जिन्हें गुरु नानक पातशाह नूं कल होलां कुटवाइयां सन, अज दिन चढ़िया मान तेरे दा राजा बन गया। ते सतगुरु पातशाह कहने लगे चल मर्दानिया तैनू राजे नूं बनाइए। कहण तो भाव गुरु नानक नूं होलां भेंट करन नाल गुरमुख सुल्तान बना देंदा है। जहांगीर बादशाह ने गुरु हरगोबिंद सच्चे पातशाह नूं सवाल किया भी महाराज तुहानूं सच्चा पातशाह क्यों कहते हैं? हजूर हस के कहने लगे जहांगीर जे तां मैं कहना भी मैनू कहो तो मैनू पुछ, ये जेड़े कहते हैं उन्हां चों जवाब लै भी मैनू कहते क्यों ने। ये आगरे की घटना है। उस नगर दे विच एक गरीब कृति सिख रहिंदा सी, घाह खोद के गुजारा करता सी, घाह खोद के। उन्होंने पता लगा भी गुरु हरगोबिंद सच्चे पातशाह साडे नगर आगरे आए ने ते अपनी धर्म पत्नी नूं कहण लगा भागां वालिए अज गुरु बाबा साडे त्रुठा, असीं अमृतसर नहीं सा जा सकते, साडे ते रहमतां कर लई आया ते अज मैं अगे नालों पहला उठना है। उठिया उन्हें घाह दीआं दो पंडां खोदियां, इतिहास के पन्नियां के मुताबिक उन्हें दो टके वटे, दो टके दो पंडां दे, एक टका लैके अपनी घरवाली नूं कहंदा भी भागां वाली रोटी पानी का आर कर इन्हां बच्चों का बेचारियां का। एक टके दे नाल मैं परलोक सवार आवां। परलोक ये बाबा नानक है जिहड़ा एक टके ते लोग परलोक सवा दिंदा। एक टके ते होया कि उस किरती घाई सिख ने टका लिया ते उन्होंने पता नहीं सी। वो शाहजहां दे तंबू भी चला गया, शाहजहां दे तंबू जाके शाहजहां माफ करना जहांगीर दे, गलत कह गया मैं, जहांगीर दे जाके अगे टका रखा तो जहांगीर तां वेंदा कहने लगा भी बंदा किहो जिहा पाटे कपड़े मैले जे ते टका अगे रखा तो कहंदा किवें आ भाई? कहने लगा जी मेरा लोग को लोग सवार दे। जहांगीर मत्था ठणकिया ते कहने लगा भरावा मैं इन्ने जोगा नहीं हूं। हाँ तू मेरे को आया, मैं बादशाह, मैं तेनू दो पिंड जगीर दे देना है। आपां दुनियावी लोग आपां मंग लेनी सी, मैंने कहना सी दे दे 4 किले, पर उन्हें नहीं जे मंगे। असीं ग्रंथ पढ़ते हैं साढ़े धर्म ग्रंथ लिखा 4 पदार्थ आखियन सतगुर दे ना गुरसिख मंगे। गुरबाणी भी 4 पदार्थों का जिक्र है, धर्म अर्थ काम ते मोख गुरु देंदा है ते सिख कहंदा जी मैनू नहीं चाहिए। हैरानी की गल, 4 पदार्थ ने, चारे दे चारे गुरु देंदा है ते कहंदा मैनू चाहिए। गुरु ने मंगना की है? असी मंगीए बिन तुध होर जे मंगना, सिर दुखां के दुख दे नाम संतोखिया।
उतरे मन की भुख मैं तेरे को तैनू मंगदा जे तू मेरा बन गयो तो मैनू काहदियां घाटा। इत्थे आके इको एक मंग मंगया करो मेरे मालका तू मेरा बन जा मैनू अपना बना ला, तू मेरा बन जा मैनू अपना बना ला। एक मैं लफ्ज कथा हर रोज कहना तो मैं आप खुद करना गुरु ग्रंथ सच्चे पातशाह मत्था टेकदे आख्या करो सगल द्वार को छाड़ के गयो तुहारो द्वार बाहे गए की लाजस गोबिंद दास तुहार डंडौत बंधन अनक बार सर्व कला समर्थ डोलन ते राखो प्रभु नानक दे कर। मेरा पता कोई नहीं मैं कदों डोल जा मेरे ते हाथ रख मैं डोला ना। सिख ने बादशाह दे को टका चुक लिया। हिंदुस्तान का बादशाह कहता मैं तेन 2 पिंड देना 2 पिंड। होया कि उन्हें टका चुक लिया। बादशाह विचारां च पै गया भी किहो जे सिख ने मैं 2 पिंड दे रहा तो इन्हें टका चुक लिया बड़ा बेपरवाह। बादशाह मगर मगर ते अगे के सिख धन गुरु हरगोबिंद सच्चे पातशाह ने जाके अगे टका रखा ते मेरे गुरुदेव ने आख्या निहाल निहाल निहाल। ते जहांगीर कहने लगा मैनू अज पता लगा तेन सच्चा पातशाह क्यों कहते हैं। अज पता लगा ही क्यों एक टका तेरे अगे रखा ते तू इहदा लोग ते पलोक सफला कर दिता है। असीं पढ़दे हां दोवें थाव रखे गुरसूरे इत्थे उत्थे रखवाला प्रभ सतगुर दीन दयाला। इत्थे भी पत रखदा उत्थे भी रखेगा। ये भी आपां पढ़दे जिथे हर राधिए तिथे हर निसाई। आपां तां आराधना करदे नहीं कोई जगह नहीं जिथे गुरु हाजर नाजर ना साडी पत ना रखे। ये गल कह के मैं समाप्ति करां। आगरे दे विच एक बीबी विआही गई वो गुरसिखां दी धी पर अनमतियां दे घर चली गई। अनमतियां दे जेड़े गुरु घर दे विरोधी ने जेड़े गुरु घर नूं मनदे नहीं पर उन्होंने अपने पेकियां दे विचों परिवार दे विचों एक दात मिली है किहड़ी मैं गुरबाणी आधार है गुरबाणी लाग रहा हूं। मेरे जीवन का आधार गुरबाणी है ते मेरे ते वाहिगुरू कृपा करी मैं जिंदगी प्रजंत गुरबाणी नाल जुड़िया रवां। ये गुरसिख की प्रॉपर्टी जी ये जायदाद जे। एक होर ज्ञानी जी सरदारी गुरमुखो जिन्हें सफर करना ना उन्होंने जुत्ती की लोड़ है। नंगे पैरी सफर नहीं हो सकता जुत्ती चाहिए। ये माया जुत्ती है पर बदकिस्मती असीं जुत्ती नूं सिर ते रख लिया। जुत्ती नूं जुत्ती बना के रखो ये जुत्ती नूं सिर ते ना रखिए। भावें कोई चोर है ते भावें साध है ये चाहिए है पर ये सब कुछ नहीं। मैं सख्त तां बोलदा आ जिन्ने लोग ने ना मैं हथी पुत नूं पोते नूं फड़ा दियां नौमनी कर दियां पर जिदन मौत होई ना उस पुत ने मेरे मूँह ते घ्यो पा के ते मैनूं 4 पासी लांबू लाउणा है। आपां सारे पुत्तां वाले आ आपां बेसूले हो जाने बेनिजमे हो जाने आ भी की करिए जी परिवार पालना है निजम च रहो। जे बेनिजमे हो जाएंगे जेड़े पुत्र ते पोतरे लई मायल जानी उन्हें साडे ते मूँह च घ्यो पा के 4 पासी लांबू लाउणा साडा मेरा बापू उठ ना बह। इस करके इहदे वास्ते अपना प्रलोक ना विगाड़ो। ये निमरता सहित बेनती है। विचों गल आ गई गुरु वो है जेड़ा इत्थे उथे पत रखता है। इत्थे उथे रखवाला प्रभ सतगुर दीन दयाला। वो बीबी पेकियां वाले पासे तो गुरसिख परिवार नाल जुड़ी है पर सहुरे ओहदे अनमतीए ने वो गुरबाणी तो बनाया ही नहीं सकती। ते सच ओहदी कहंदी मैं तेनों गुण नहीं करन देना। जिहड़े बाणी पढ़दे ने जिहड़े अपने विरोधी ने ना कहंदे गुण करन नाल की होएगा। मैं उन्होंने जवाब देना भी गुण करन दे नाल जे उबलदी देग विच बह जाइए ना तो ये जिन्हों तुसीं असीं तां गुण नहीं कहे तुसीं कहंदे हो ना जिहड़े साडे विरोधी ने गुरु ग्रंथ सच्चे पातशाह दे गुरु के निंदक उन्होंने जवाब है
ਜਿਹੜੇ ਇਹ ਗੁਣ ਤੁਸੀਂ ਕਹਿੰਦੇ ਹੋ ਨਾ, ਜੇ ਉਬਲਦੀ ਦੇਗ ਵਿੱਚ ਬਹਿ ਜੀ ਤਾਂ ਸਾਨੂੰ ਇਉਂ ਜਾਪਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਰਾਮ। ਜਿਹਨੂੰ ਤੁਸੀਂ ਗੁਣ ਕਹਿੰਦੇ ਹੋ, ਅਸੀਂ ਇਹਨੂੰ ਗੁਰੂ ਕੀ ਬਾਣੀ ਕਹਿੰਦੇ ਆ। ਸਾਡੇ ਸਰੀਰ ਤੇ ਆਰਾ ਵੀ ਚੱਲਦਾ ਹੈ ਤੇ ਅਸੀਂ ਫੇਰੀ ਪੜ੍ਹਦੇ ਆ, ਜਿਨੀ ਨਾਮ ਧਿਆਇਆ ਗਹਿਮ ਸਖਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਉਸ ਬੀਬੀ ਨੇ ਇੱਕ ਜੁਗਤੀ ਬਣਾ ਲਈ, ਕੋਠੇ ਦੇ ਉੱਪਰ ਮੰਜੀਆਂ ਉਹਨੇ ਖੜੀਆਂ ਕਰ ਲੈਣੇ ਤੇ ਬੀਬੀ ਨੇ ਇਸ਼ਨਾਨ ਕਰਨਾ। ਹੁਣ ਤਾਂ ਆਪਣੇ ਕੋਲ ਬਾਥਰੂਮ ਬੜੇ ਹੋ ਗਏ ਨੇ ਨਾ, ਅਸੀਂ ਆਪਣੇ ਬੱਚਨ ਵੇਖਿਆ ਬੀਬੀਆਂ ਨੇ ਇਸ਼ਨਾਨ ਕਰਨਾ ਤੇ ਮੰਜੇ ਖੜੇ ਕਰਕੇ ਤੇ ਕੱਪੜਾ ਪਾ ਕੇ ਤੇ ਨਹਾਉਣਾ ਇੱਕ ਪਾਣੀ ਦੀ ਬਾਲਟੀ ਨਾਲ। ਇਹ ਅੱਖੀਂ ਵੇਖਿਆ ਸੀ, ਪਰ ਉਦੋਂ ਸਿੱਖੀ ਸੀ। ਹੁਣ ਨਹਾਉਣ ਧੋਣੀ ਰਹਿ ਗਿਆ, ਤਨ ਦੀ ਮੈਲ ਲਾ ਲਈ ਪਰ ਮਨ ਦੀ ਨਹੀਂ। ਉਦੋਂ ਲੋਕੀ ਮਨ ਦੀ ਮੈਲ ਲਾਉਂਦੇ ਸੀ, ਮਨ ਦੀ ਮੈਲ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਹੋਇਆ। ਜੇ ਮਨ ਮੈਲਾ ਤੇ ਜਿੰਨੀ ਵੀਰਾ ਮਰਜੀ ਨਹਾ ਲਾ, ਮੈਲ ਨਹੀਂ ਲੱਥੀ। ਲੋ ਵਿਚਾਰ, ਬੀਬੀ ਵਿਚਾਰ ਲਾਚਾਰ ਹੋ ਗਈ। ਉਹਨੇ ਪੰਕਤੀਆਂ ਪੜੀਆਂ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਰਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸ਼ਾਂਤ ਨਾਵੇ ਬਿਨ ਦਰਸ਼ਨ। ਸੰਤ ਪਿਆਰੇ ਜੀਓ, ਜਦੋਂ ਇਹ ਬੀਬੀ ਨੇ ਵਿਰਾਗ ਨਾਲ ਪੰਕਤੀਆਂ ਪੜੀਆਂ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਘੋੜੇ ਤੇ ਚੜੇ। ਤੰਗ ਗੜੀ ਲਿਖੀ, ਇਤਿਹਾਸ ਲਿਖਿਆ ਜੀ ਇਤਿਹਾਸ ਵਿੱਚ। ਤੰਗ ਗੜੀ ਵਿੱਚ ਗੁਰੂ ਬਾਬਾ ਗਿਆ, ਆਵਾਜ਼ ਮਾਰੀ, ਆਖਿਆ ਧੀਏ ਕੱਪੜੇ ਪਾ। ਮੈਨੂੰ ਆਵਾਜ਼ ਮਾਰਦੀ, ਮੈਂ ਥੱਲੇ ਖਲੋਤਾ ਹਾਂ। ਬੀਬੀ ਇਸ਼ਨਾਨ ਕਰ ਲਈ ਹੈ, ਮਨ ਕਰਕੇ ਗੁਰੂ ਨੂੰ ਚੇਤੇ ਕੀਤਾ। ਗੁਰੂ ਅਰਜਨ ਸੱਚੇ ਪਾਤਸ਼ਾਹ ਉਸੇ ਮੌਕੇ ਪਹੁੰਚੇ ਤੇ ਕਹਿਣ ਲੱਗੇ, ਮੇਰੀਏ ਬੱਚੀਏ, ਮੇਰੀਏ ਧੀਏ ਕੱਪੜੇ ਪਾ। ਜੇ ਤੂੰ ਮੈਨੂੰ ਡੀਕਦੀ ਹੈ ਤੇ ਮੰਮੀ ਆ ਗਿਆ, ਥੱਲੇ ਆ। ਬੀਬੀ ਨੇ ਥੱਲੇ ਉਤਰੀ, ਮੇਰੇ ਗੁਰਦੇਵ ਨੇ ਕਿਰਪਾ ਕੀਤੀ ਤੇ ਕੀ ਹੋਇਆ? ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ। ਜਿਹੜੇ ਗੁਣ ਕਹਿੰਦੇ ਨੇ ਪਾਣੀ ਪੜਨ ਨੂੰ, ਉਹ ਗੁਰੂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਕੇ ਸੰਸਾਰ ਤੋਂ ਗਏ। ਗੁਰਮੁਖੋ ਜੇ ਆਪਾਂ ਗੁਰੂ ਦੇ ਦਿਨ ਮਨਾ ਰਹੇ ਆ ਨਾ, ਤੇ ਇਹ ਨਹੀਂ ਵੀ ਆਏ ਤੇ ਜਲੇਬ ਖਾ ਲਿਆ ਤੇ ਪਕੌੜਾ ਖਾ ਲਿਆ। ਇਹ ਜ਼ਿੰਦਗੀ ਦਾ ਆਧਾਰ ਨਹੀਂ, ਇਹ ਤਾਂ ਘੜੀ ਦਾ ਘੜੀ ਰਸ ਹੈ। ਰਸ ਉਹ ਲਓ, ਇਹ ਰਸਨਾ ਤੂੰ ਅਨਰਸ ਰਾਜ ਰਹੀ। ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ। ਜਿਚਰ ਹਰ ਰਸ ਪੱਲੇ ਨਾ ਪਾਏ, ਨਾਮ ਦਾ ਰਸ ਲਓ। ਬਾਕੀ ਦੇ ਜਿੰਨੇ ਰਸ ਨੇ ਇਹ ਝੂਠੇ ਨੇ। ਪੰਕਤੀਆਂ ਪੜ੍ਹਦੇ ਆ ਜਨਮ ਸਾਖੀ ਚੋਂ, ਪੋਸਤ ਪੰਗ ਅਫੀਮ ਮਦ, ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਨਾਲ ਜੋੜਨ, ਲੋਕ ਕੋਲੋਂ ਬੋੜੀ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। बोले सोने हाल सा